ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਸਿਗਲੀਗਰ ਬਰਾਦਰੀ ਦਾ ਥੋੜਾ ਜਿਹਾ ਇਤਿਹਾਸ ਜਾਣਨਾ ਚਾਹੁੰਦੇ ਹਾਂ। ਗੁਰੂ ਗੋਬਿੰਦ ਸਿੰਘ ਨੇ ਸਾਨੂੰ ਖਿਤਾਬ ਦਿੱਤਾ ਸੀ। ਸਾਡੇ ਬਜ਼ੁਰਗ ਜਿਹੜੇ ਉਹਨਾਂ ਦੇ ਸ਼ਸਤਰਾਂ ਦੀ ਸੇਵਾ ਕਰਦੇ ਸੀਗੇ, ਉਹਨਾਂ ਦੀ ਦੇਖਭਾਲ ਕਰਦੇ ਸੀਗੇ, ਉੱਥੋਂ ਸਾਨੂੰ ਇਹ ਸਿਗਲੀਗਰ ਦਾ ਖਿਤਾਬ ਗੁਰੂ ਸਾਹਿਬ ਨੇ ਦਿੱਤਾ ਸੀ। ਵੀ ਸਾਡੀ ਤਾਂ ਮੇਨ ਗੱਲ ਤਾਂ ਸਾਡੀ ਰਹਿ ਗਈ ਜੀ ਕਿ ਗਰੀਬੀ ਨੇ, ਅਨਪੜ੍ਹਤਾ ਨੇ ਸਾਨੂੰ ਪਿੱਛੇ ਛੱਡ ਦਿੱਤਾ। ਹਥਿਆਰ ਤਾਂ ਸਾਡਾ ਬਹੁਤ ਸੀਗਾ। 6ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਹਥਿਆਰ ਬਣਾ ਕੇ ਦਿੰਦੇ ਰਹੇ ਹਾਂ। ਜਿਹੜਾ ਸਾਡਾ ਸੋਚਣੀ ਸੀਗੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਸੋਚਣੀ ਸੀਗੀ, ਮਗਰ ਜਿੰਨਾ ਸਾਨੂੰ ਥੱਲੇ ਲਾਇਆ ਸਾਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਇਆ। ਚਾਹੇ ਜਿਹੜੀ ਮਰਜ਼ੀ ਸਰਕਾਰ ਆ ਜਾਵੇ, ਸਾਨੂੰ ਮਿੱਠੀ ਗੋਲੀ ਦੇ ਜਾਂਦੀ ਆ, ਤੁਹਾਡਾ ਇਹ ਕਰ ਦਾਂਗੇ ਜੀ, ਵਾਹ ਕਰ ਦਾਂਗੇ ਜੀ, ਫਲਾਣਾ ਕਰ ਦਾਂਗੇ। ਮਤਲਬ ਸਾਡਾ ਹੱਕ ਸਾਨੂੰ ਤਾਂ ਮਿਲਣਾ ਚਾਹੀਦਾ। 6ਵੇਂ ਪਾਤਸ਼ਾਹ ਤੋਂ ਸਾਡੀ ਸਿਗਲੀਗਰ ਕੌਮ ਤੁਸੀਂ ਦੇਖੋਗੇ ਤੁਰਦੀ ਆ ਰਹੀ ਆ। ਨਾਲੇ ਸਿੱਖੀ ਦੇਖ ਲਓ, ਸਾਡੇ 5 ਸਾਲ ਦੇ ਬੱਚੇ ਤੋਂ ਲੈ ਕੇ ਜਿੰਨੇ ਮਰਜ਼ੀ ਸਾਲ ਤੱਕ ਦੇਖੋ, ਸਾਡੇ ਬੱਚਿਆਂ ਕੋਲ ਸਿੱਖੀ ਆ। ਐਜੀਪੀ ਦੇ ਘੱਟੋ ਘੱਟ ਵੀ 14.5 ਕਰੋੜ ਦਾ ਬਜਟ ਕੱਟਦਾ। ਉਹ ਸਿਗਲੀਕਰਾਂ ਨੂੰ ਮਿਲਦਾ 1 ਰੁਪਇਆ ਨਹੀਂ। ਉਹਦੇ ਵਿੱਚ ਮਤਾ ਪਾ ਕੇ ਉਹ ਆਪ ਕੋਈ ਖਾ ਜਾਂਦੇ ਆ, ਕੋਈ ਉਹਨਾਂ ਦੇ ਝੋਲੇ 'ਚ ਪੈ ਜਾਂਦਾ, ਕੋਈ ਜੇਬਾਂ 'ਚ ਰੱਖ ਲੈਂਦੇ ਆ। 7.5 ਕਰੋੜ ਦਾ ਬਜਟ ਸੀ, ਹੁਣ ਪਹਿਲਾਂ ਵੀ ਪਿੱਛੇ ਪਾਸ ਹੋਇਆ ਸੀ, ਉਹ ਵੀ ਸਾਨੂੰ ਹਾਲੇ ਤੱਕ ਮਿਲਿਆ ਨਹੀਂ। ਉਸ ਤੋਂ ਬਾਅਦ ਉਹ ਸਾਡਾ ਬਜਟ ਆ ਗਿਆ 50 ਲੱਖ ਰੁਪਏ ਦਾ ਜੀ। ਉਸ ਤੋਂ ਬਾਅਦ ਉਹ ਸਾਨੂੰ 50 ਲੱਖ ਤੇ ਹੌਲੀ ਹੌਲੀ ਸਾਨੂੰ ਜ਼ੀਰੋ 'ਤੇ ਆ ਜਾਵਾਂਗੇ। ਸਿੱਖੀਜ਼ਮ ਨੂੰ ਬਹੁਤ ਵੱਡੀ ਦੇਣ ਰਹੀ ਹੈ ਤੁਹਾਡੀ। ਉਹਨਾਂ ਵੇਲਿਆਂ ਵਿੱਚ ਹਥਿਆਰ ਬਣਾਉਂਦੇ ਆਏ ਹੋ ਤੇ ਅੱਜ ਦੇ ਟਾਈਮ ਵਿੱਚ ਚਾਬੀਆਂ ਤਾਲੇ ਬਣਾਉਣ ਤੇ ਮਜਬੂਰ ਹੋ। ਗਰੀਬੀ ਨੇ ਮਜਬੂਰ ਕੀਤੇ ਹੋਏ ਆ। ਉਸ ਟਾਈਮ ਕੋਈ ਹੋਰ ਸੀ ਜੀ। 50-60 ਸਾਲ ਹੋ ਗਏ ਸਾਨੂੰ ਰਹਿੰਦਿਆਂ ਨੂੰ, ਇੱਥੇ ਕੋਈ ਸਹੂਲਤ ਨਹੀਂ ਮਿਲੀ। ਭਾਈ ਬਚਿੱਤਰ ਜੀ, ਭਾਈ ਮਣੀ ਸਿੰਘ ਜੀ, ਉਹ ਸਾਰੇ ਵੀ ਤੁਹਾਡੇ ਬਰਾਦਰੀ 'ਚੋਂ, ਉਹਨਾਂ ਵੇਲਿਆਂ 'ਚ ਤੁਹਾਡੀ ਬਰਾਦਰੀ 'ਚ ਹੋਇਆ, ਪਰ ਕਿਸੇ ਹੋਰ ਨੇ ਕਲੇਮ ਕਰਤਾ ਕਿ ਉਹ ਸਾਡੀ ਬਰਾਦਰੀ 'ਚੋਂ ਹੈ, ਤੁਹਾਡੀ 'ਚੋਂ ਨਹੀਂ, ਤੇ ਸਾਰੇ ਫਾਇਦੇ ਉਹ ਲੈ ਗਏ। ਉਹ ਪੜ੍ਹੇ ਲਿਖੇ ਸੀਗੇ, ਜਾਗਰੂਕ ਸੀਗੇ, ਉਹ ਥੋੜ੍ਹਾ ਜਿਹਾ ਆਪਣਾ ਨਾਂ ਅੱਗੇ ਕਰ ਗਏ। ਵੈਸੇ ਕੁਰਬਾਨੀਆਂ ਸਾਡੀਆਂ ਹੀ ਸੀਗੀਆਂ ਜ਼ਿਆਦਾ, ਕਿਉਂ ਹਥਿਆਰ ਤਾਂ ਅਸੀਂ ਬਣਾਉਂਦੇ ਸੀਗੇ ਨਾ, ਲੜਦੇ ਵੀ ਸੀਗੇ ਸਾਡੇ ਬੰਦੇ। ਤੁਸੀਂ ਲੋਹਾਰਾਂ 'ਚੋਂ ਇੱਕ ਹੋ ਜਾਂ ਕੌਣ ਹੋ? ਨਹੀਂ, ਅਸੀਂ ਲੋਹਾਰੀ ਹਾਂ ਜੀ। ਸਾਡੇ ਗੋਤਾਂ ਮਤਲਬ ਰਾਜਸਥਾਨ ਹਰਿਆਣੇ 'ਚ ਮਿਲਦੀਆਂ ਨੇ ਆਪਸ ਵਿੱਚ, ਇੱਥੇ ਵਾਲੇ ਨਾਲ ਤਾਂ ਪੰਜਾਬ ਵਾਲੇ ਨਾਲ ਤਾਂ ਨਹੀਂ ਮਿਲਦੀਆਂ ਸਾਡੀ। ਮਹਾਰਾਜ ਨੇ ਖੁਸ਼ ਹੋ ਕੇ ਸਾਡਾ ਨਾਂ ਸ਼ਿਕਲ ਕਰ ਰੱਖਿਆ ਸੀਗਾ, ਪਰ ਇਹ ਵਿਗੜ ਕੇ ਸ਼ਿਕਲੀਗਰ ਹੋ ਗਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਤੁਹਾਡੇ ਨਾਲ ਸੀਰਤ ਸੰਧੂ। ਪੰਜਾਬ ਦੇ ਅਣਗਿਣਤ ਰੰਗਾਂ ਵਿੱਚੋਂ ਇੱਕ ਰੰਗ ਸਿਗਲੀਗਰ ਬਰਾਦਰੀ ਦਾ ਵੀ ਹੈ। ਇਹਨਾਂ ਦਾ ਕਿਸੇ ਵੇਲਿਆਂ ਵਿੱਚ ਸਿੱਖੀਜ਼ਮ ਵਿੱਚ ਬਹੁਤ ਵੱਡਾ ਰੋਲ ਰਿਹਾ। ਅਸੀਂ ਸਿਗਲੀਗਰ ਬਰਾਦਰੀ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਦੇ ਅੱਜ ਦੇ ਹਾਲਾਤ ਕਿਵੇਂ ਨੇ, ਕਿਹੜੇ ਲੋਕਾਂ ਨਾਲ ਉਹ ਅੱਜ ਦੇ ਟਾਈਮ 'ਚ ਮਲਾਲ ਰੱਖਦੇ ਆ। ਗੱਲਬਾਤ ਕਰਦੇ ਹਾਂ ਉਹਨਾਂ ਨਾਲ। ਬਾਬਾ ਜੀ ਸਤਿ ਸ਼੍ਰੀ ਅਕਾਲ। ਬਾਬਾ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਸਿਗਲੀਗਰ ਬਰਾਦਰੀ ਦਾ ਥੋੜਾ ਜਿਹਾ ਇਤਿਹਾਸ ਜਾਣਨਾ ਚਾਹੁੰਦੇ ਹਾਂ। ਦੇਖੋ ਜੀ, ਸਾਡੇ ਸਿਗਲੀਗਰ ਬਰਾਦਰੀ ਦਾ ਇਤਿਹਾਸ ਤਾਂ ਹੈ ਨਾ ਵੀ ਸਾਡੀ ਤਾਂ ਮੇਨ ਗੱਲ ਤਾਂ ਸਾਡੀ ਰਹਿ ਗਈ ਜੀ ਕਿ ਗਰੀਬੀ ਨੇ, ਅਨਪੜ੍ਹਤਾ ਨੇ ਸਾਨੂੰ ਪਿੱਛੇ ਛੱਡ ਦਿੱਤਾ। ਹਥਿਆਰ ਤਾਂ ਸਾਡਾ ਬਹੁਤ ਸੀਗਾ। ਸਿਗਲੀਗਰ ਨਾਮ ਕਿੱਥੋਂ ਪਿਆ? ਸਿਗਲੀਗਰ ਸਾਡਾ ਨਾਂ ਗੁਰੂਆਂ ਨੇ ਪਾਇਆ ਜੀ। ਗੁਰੂ ਗੋਬਿੰਦ ਸਿੰਘ ਨੇ ਸਾਨੂੰ ਖਿਤਾਬ ਦਿੱਤਾ ਸੀ। ਸਾਡੇ ਬਜ਼ੁਰਗ ਜਿਹੜੇ ਉਹਨਾਂ ਦੇ ਸ਼ਸਤਰਾਂ ਦੀ ਸੇਵਾ ਕਰਦੇ ਸੀਗੇ, ਉਹਨਾਂ ਦੀ ਦੇਖਭਾਲ ਕਰਦੇ ਸੀਗੇ, ਉੱਥੋਂ ਸਾਨੂੰ ਇਹ ਸਿਗਲੀਗਰ ਦਾ ਖਿਤਾਬ ਗੁਰੂ ਸਾਹਿਬ ਨੇ ਦਿੱਤਾ ਸੀ। ਉਹ ਸਾਡਾ ਚੱਲਿਆ ਆ ਰਿਹਾ ਜੀ। ਉਸ ਤੋਂ ਪਹਿਲਾਂ ਸਾਡਾ ਕੀ ਸੀ ਸਾਨੂੰ ਨਹੀਂ ਪਤਾ। ਗੁਰੂ ਗੋਬਿੰਦ ਸਿੰਘ ਜੀ ਨਾਲ ਤੁਹਾਡਾ ਨਾਤਾ ਸੀ? ਸਾਨੂੰ ਪਤਾ ਜਦ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਸਿਗਲੀਗਰ ਦਾ ਖਿਤਾਬ ਦਿੱਤਾ। ਉਸ ਤੋਂ ਸਾਡੇ ਬਜ਼ੁਰਗ ਪਹਿਲਾਂ ਕਿੱਥੇ ਰਹਿੰਦੇ ਸੀ, ਕੀ ਕਰਦੇ ਸੀ, ਸਾਨੂੰ ਇਹਦੇ ਬਾਰੇ ਇੰਨੀ ਨੌਲੇਜ ਨਹੀਂ ਹੈਗੀ। ਉਸ ਤੋਂ ਪਹਿਲਾਂ ਸ਼੍ਰੀ ਗੁਰੂ ਹਰਗੋਬਿੰਦ ਜੀ ਨਾਲ ਵੀ ਤੁਹਾਡਾ ਨਾਤਾ ਰਿਹਾ? ਗੁਰੂਆਂ ਦਾ 6ਵੀਂ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ, ਮਹਾਰਾਜਾ ਰਣਜੀਤ ਸਿੰਘ ਤੱਕ, ਇਹ ਸਾਡੇ ਜਿਹੜੇ ਬਜ਼ੁਰਗ, ਸਾਡੇ ਬਡਾਰੂ ਜਿਹੜੇ, ਉਹਨਾਂ ਨੇ ਸੇਵਾ ਕੀਤੀ ਹੈ। ਭਾਈ ਮਨੀ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਲਾਲ ਸਿੰਘ, ਉਹ ਸਾਡੇ ਸਿਗਲੀਗਰ ਸਿੰਘ ਹੋਏ ਆ। ਉਹਨਾਂ ਨੇ ਵੀ ਗੁਰੂਆਂ ਦੀ ਸੇਵਾ ਕੀਤੀ। ਉਹਨਾਂ ਨੇ ਸੇਵਾ ਕੀਤੀ, ਅਸੀਂ ਤਾਂ ਕੀਤੀ ਨਹੀਂ ਖੈਰ, ਪਰ ਸਾਡਾ ਵੀ ਨਾਮ ਅਸੀਂ ਵੀ ਸਿਗਲੀਗਰ ਹਾਂ। ਇਸ ਕਰਕੇ ਸਾਡੀ ਕੌਮ ਆ, ਹੈ ਕਿ ਨਹੀਂ ਜੀ। ਸਿਗਲੀਗਰ ਉਹ ਕੀ ਹੁੰਦਾ, ਕੀ ਹੋਇਆ ਸਿਗਲੀਗਰ? ਸਿਗਲੀਗਰ ਆਮ ਤੁਹਾਡੇ ਸਾਹਮਣੇ ਹੀ ਹੈ ਜੀ। ਚਾਬੀਆਂ ਜਿੰਦੇ ਕਿਹੜੇ ਕੁੰਜੀਆਂ ਲਾਉਂਦੇ ਨੇ ਜੀ, ਚਾਬੀਆਂ ਕੁੰਜੀਆਂ ਜਿੰਦੇ ਲਾਣੇ ਵਾਲੇ ਉਹਨੇ ਸਿਗਲੀਗਰ। ਤੁਸੀਂ ਮੇਨ ਕਹੋ ਰਾਗਾ। ਹਾਂਜੀ ਬਾਈ ਜੀ, ਇਹ ਇਤਿਹਾਸ ਹੈ ਸਿਗਲੀਗਰ ਇਤਿਹਾਸ। ਅੱਛਾ ਜੀ, ਮੈਨੂੰ ਤੁਸੀਂ ਦੱਸੋਗੇ ਕਿ ਸਿਗਲੀਗਰ ਨਾਮ ਕਿੱਥੋਂ ਪਿਆ? ਪਹਿਲਾਂ ਅਸੀਂ ਮਿਸਤਰੀ ਲੋਹਾਰ ਹੁੰਦੇ ਸੀਗੇ ਜੀ, ਰਾਜਸਥਾਨ ਤੋਂ ਸੰਬੰਧ ਰੱਖਦੇ ਸੀ ਕਿਤੇ, ਅਤੇ ਫਿਰ ਹਥਿਆਰਾਂ ਦੀ ਜਿਹੜੀ ਸ਼ਿਕਲ ਕਰਨ ਲੱਗੇ, ਉਹਨਾਂ ਨੂੰ ਚਮਕਾਉਣ ਲੱਗੇ, ਸ਼ਿਕਲ ਕਰਦੇ ਸੀਗੇ। ਅਸੀਂ ਸ਼ੀਸ਼ੇ ਵਾਂਗੂ ਉਹਨਾਂ ਨੂੰ ਜਰੇ ਹੋਏ ਜਿਹੜੇ ਹਥਿਆਰ ਸੀਗੇ, ਜਰ ਲੱਗੇ ਸੀਗੇ ਜਿਨ੍ਹਾਂ ਨੂੰ, ਉਹਨਾਂ ਦਾ ਮਤਲਬ ਸ਼ਿਕਲ ਕਰਦੇ ਸੀਗੇ ਅਸੀਂ, ਪੌਲਿਸ਼ ਕਹਿੰਦੇ ਜਿਹਨੂੰ।
ਪਾਲਿਸ਼ ਕਰਦੇ ਕਰਦੇ ਸ਼ਿਕਲ ਕਹਿੰਦੇ ਸੀਗੇ ਉਹਨਾਂ ਨੂੰ, ਇਹੋ ਜਿਹੇ ਸ਼ੀਸ਼ੇ ਵਰਗੇ ਹਥਿਆਰ ਬਣਾਤੇ ਅਸੀਂ। ਤਾਂ ਮਹਾਰਾਜ ਨੇ ਖੁਸ਼ ਹੋ ਕੇ ਸਾਡਾ ਨਾਂ ਸ਼ਿਕਲ ਕਰ ਰੱਖਿਆ ਸੀਗਾ, ਪਰ ਇਹ ਵਿਗੜ ਕੇ ਸ਼ਿਕਲੀਗਰ ਹੋ ਗਿਆ। ਉਹਨਾਂ ਵੇਲਿਆਂ ਵਿੱਚ ਤੁਸੀਂ ਹਥਿਆਰਾਂ ਨੂੰ ਚਮਕਾਉਂਦੇ ਸੀ, ਹਥਿਆਰਾਂ ਨੂੰ ਬਣਾਉਂਦੇ ਵੀ ਸੀਗੇ, ਜਿਹੜੇ ਪੁਰਾਣੇ ਸੀਗੇ ਉਹਨਾਂ ਨੂੰ ਚਮਕਾਉਂਦੇ ਵੀ ਸੀਗੇ, ਉਹਨਾਂ ਨੂੰ ਧਾਰ ਲਾਉਂਦੇ ਸੀਗੇ, ਸਹੀ ਢੰਗ ਨਾਲ ਉਹਨਾਂ ਨੂੰ ਚਲਾਉਂਦੇ ਸੀਗੇ। ਇਸ ਹਿਸਾਬ ਤੁਸੀਂ ਲੋਹਾਰਾਂ ਚੋਂ ਇੱਕੋ ਜਾਂ ਕੌਣ ਹੋ? ਨਹੀਂ, ਅਸੀਂ ਲੋਹਾਰੀ ਹਾਂ ਜੀ। ਸਾਡੇ ਗੋਤਾਂ ਮਤਲਬ ਰਾਜਸਥਾਨ ਹਰਿਆਣੇ ਚ ਮਿਲਦੀਆਂ ਨੇ ਆਪਸ ਵਿੱਚ, ਇੱਥੇ ਵਾਲੇ ਨਾਲ ਤਾਂ ਪੰਜਾਬ ਵਾਲੇ ਨਾਲ ਤਾਂ ਨਹੀਂ ਮਿਲਦੀਆਂ ਸਾਡੀਆਂ, ਪਰ ਉੱਥੇ ਜ਼ਿਆਦਾ ਮਿਲਦੀਆਂ। ਅਸੀਂ ਲੋਹਾਰ ਸੀਗੇ। ਕਿਹੜੀਆਂ ਗੋਤਾਂ ਨੇ ਤੁਹਾਡੀਆਂ? ਸਾਡੀ ਜੀ 10-12 ਗੋਤਾਂ ਨੇ। ਕਿਹੜੀਆਂ ਨੇ? ਟਾਂਕ, ਹਾਂਜੀ। ਡਾਂਗੀ, ਪਟੂਏ ਤੇ ਬਾਵਰੀ, ਜੂਣੀ ਤੇ ਜੀ ਘਟਾੜੇ, ਹੋਰ ਵੀ ਕਈ ਨੇ, ਮਤਲਬ 12 ਗੋਤਾਂ ਨੇ ਤੁਹਾਡੇ ਅੱਗੇ। ਅੱਛਾ ਜੀ, ਰਾਜਸਥਾਨ ਵੱਲ ਜ਼ਿਆਦਾ ਹੋ, ਫਿਰ ਪੰਜਾਬ 'ਚ ਇੱਧਰ ਆ ਕੇ ਕਦੋਂ ਵਸੇ ਤੁਸੀਂ? ਮਤਲਬ ਗਏ ਨਹੀਂ। ਦੇਖੋ ਜੀ, ਇਹਦੇ 'ਚ ਸਾਰੀ ਕਹਾਣੀ ਲਿਖੀ ਹੋਈ ਆ। ਜਦੋਂ ਮਹਾਰਾਜ ਨੂੰ ਹਥਿਆਰਾਂ ਦੀ ਲੋੜ ਪਈ ਤੇ ਇੱਧਰ ਵੀ ਮੁਸਲਮਾਨਾਂ ਦਾ ਹੀ ਰਾਜ ਸੀਗਾ ਆਪਣੇ ਵੀ ਹਿੰਦੁਸਤਾਨ 'ਚ, ਤੇ ਜਿਹੜੇ ਮੁਸਲਮਾਨ ਹਥਿਆਰ ਬਣਾਉਂਦੇ ਸੀਗੇ ਉਹ ਮਹਾਰਾਜ ਨੂੰ ਕੱਚੇ ਹਥਿਆਰ ਦੇਣ ਲੱਗੇ ਤੇ ਵਧੀਆ ਹਥਿਆਰ ਉਹ ਆਪਣੇ ਬੰਦਿਆਂ ਨੂੰ ਦਿੰਦੇ ਸੀਗੇ। ਤੇ ਇਸ ਕਰਕੇ ਮਹਾਰਾਜ ਨੇ ਕਿਹਾ, ਗੁਰੂ ਹਰਗੋਬਿੰਦ ਸਾਹਿਬ ਨੇ, ਵੀ ਇਹੋ ਜਿਹਾ ਵੀ ਕੋਈ ਹੈ ਮਤਲਬ ਜਿਹੜੇ ਹਥਿਆਰ ਬਣਾ ਕੇ ਆਪਣੀ ਸੇਵਾ ਕਰ ਸਕੇ। ਉਹ ਫਿਰ ਇਹਦੇ 'ਚ ਕਿਤਾਬ 'ਚ ਲਿਖਿਆ ਹੋਇਆ, ਉਹ ਬੰਦਾ ਭੇਜਿਆ ਸੀਗਾ ਮਹਾਰਾਜ ਨੇ ਫਿਰ ਰਾਜਸਥਾਨ 'ਚ। ਸਾਡਾ ਪਿੱਛਾ ਰਾਜਸਥਾਨ ਦਾ ਹੀ ਸੀਗਾ, ਤੇ ਉੱਥੇ ਉਹਨਾਂ ਨੇ ਸਾਨੂੰ ਮਤਲਬ ਇੱਥੇ ਸਾਡੇ ਕਬੀਲੇ ਆ ਗਏ ਤਾਂ ਉਹ ਹਥਿਆਰ ਅਸੀਂ ਅਸਲੀ ਬਣਾ ਕੇ ਦੇਣ ਲੱਗੇ ਉਹਨਾਂ ਨੂੰ। ਜਿਹੜੇ ਇੱਥੇ ਦੇ ਹਥਿਆਰ ਸੀਗੇ ਮੁਸਲਮਾਨਾਂ ਦੇ ਬਣਾਏ, ਪਹਿਲਾਂ ਮੁਸਲਮਾਨ ਹੀ ਜ਼ਿਆਦਾ ਬਣਾਉਂਦੇ ਸੀਗੇ, ਜਾਂ ਸਾਡੇ ਉੱਧਰ ਮਤਲਬ ਲੋਹਾਰਾ ਸੀ ਬਣਾਉਂਦੇ ਸੀਗੇ ਰਾਜਸਥਾਨ 'ਚ। ਤਾਂ ਉਹ ਫਿਰ ਕੱਚੇ ਹਥਿਆਰ ਸੀਗੇ, ਉਹ ਕੰਮ ਨਹੀਂ ਕਰਦੇ ਸੀਗੇ। ਸਾਡੇ ਬਜ਼ੁਰਗਾਂ ਨੇ ਆ ਕੇ ਫਿਰ ਉਹ ਹਥਿਆਰ ਵੀ ਬਣਾਏ, ਜਿਹੜੇ ਇਹਨਾਂ ਦੇ ਕੰਡਮ ਹੋਏ ਸੀਗੇ ਉਹ ਵੀ ਠੀਕ ਕੀਤੇ। ਇਸ ਹਿਸਾਬ ਨਾਲ ਅਸੀਂ ਮਹਾਰਾਜ ਦੇ ਲੜਾਈਆਂ ਵੀ ਲੜੀਆਂ ਸਾਡੇ ਇਹੋ ਜਿਹੇ ਬੰਦਿਆਂ ਨੇ, ਤੇ ਉਹਨਾਂ ਦਾ ਪੂਰਾ ਸਾਥ ਦਿੱਤਾ। ਫਿਰ ਮਹਾਰਾਜ 10ਵੇਂ ਪਾਤਸ਼ਾਹ ਤੋਂ ਬਾਅਦ ਕੁਛ ਤਾਂ ਅਸੀਂ ਅਨਪੜ੍ਹੇ ਸੀਗੇ, ਇਸ ਚੀਜ਼ ਨੂੰ ਸੰਭਾਲ ਨਹੀਂ ਸਕੇ। ਫਿਰ ਕੁਛ ਅੰਗਰੇਜ਼ ਸਰਕਾਰ ਆ ਗਈ, ਉਹ ਹਥਿਆਰ ਬਣਾਉਣਾ ਉਹਨਾਂ ਨੇ ਬੰਦ ਕਰਾ ਦਿੱਤਾ ਸੀਗਾ। ਫਿਰ ਮਾੜਾ ਮੋਟਾ ਹੋਰ ਥੋੜ੍ਹਾ ਮਤਲਬ ਜਿੰਦੇ ਚਾਬੀਆਂ ਦਾ ਜਾਂ ਹੋਰ ਕਰਦਾ ਕੈਂਚੀਆਂ, ਇਹਨਾਂ ਦਾ ਕੰਮ ਸ਼ੁਰੂ ਕਰਤਾ ਸਾਡੇ। ਕਿਉਂ ਹੁਣ ਰੋਟੀ ਤਾਂ ਖਾਣੀ ਸੀਗੀ। ਉਹ ਪਹਿਲਾਂ ਜਿਹੜੇ ਹਥਿਆਰ ਬਣਾਉਂਦੇ ਸੀਗੇ ਫਿਰ ਉਹ ਤਿੱਤਰ ਬਿੱਤਰ ਹੋ ਗਏ, ਰਾਜਿਆਂ ਦੇ ਬਣਾਉਂਦੇ ਸੀਗੇ। ਉਹ ਰਾਜ ਨਹੀਂ ਰਹੇ, ਅੰਗਰੇਜ਼ਾਂ ਨੇ ਫਿਰ ਇਹੋ ਜਿਹਾ ਕਰਤਾ ਸੀਗਾ ਵੀ ਹਥਿਆਰ ਬਣਾਉਣਾ ਕਾਨੂੰਨੀ ਜੁਰਮ ਹੈ। ਇਸ ਹਿਸਾਬ ਨਾਲ ਕੋਈ ਫੈਕਟਰੀਆਂ ਤਾਂ ਹੈ ਨਹੀਂ ਸੀਗੀਆਂ, ਅਸੀਂ ਰਾਜਿਆਂ ਦੇ ਮਤਲਬ ਕੰਮ ਕਰਦੇ ਸੀਗੇ, ਜਿਹੜੇ ਪੁਰਾਣੇ ਸੀਗੇ ਉਹਨਾਂ ਨੂੰ ਹਥਿਆਰਾਂ ਦੀ ਲੋੜ ਪੈਂਦੀ ਸੀਗੀ। ਫਿਰ ਬਸ ਇਸ ਹਿਸਾਬ ਨਾਲ ਮਤਲਬ ਅਸੀਂ ਕੋਈ ਖਾਸ ਕਾਮਯਾਬ ਨਹੀਂ ਹੋ ਸਕੇ, ਨਾ ਹੀ ਕਿਸੇ ਸ਼੍ਰੋਮਣੀ ਅਕਾਲੀ ਦਲ ਨੇ ਜਾਂ ਕਾਂਗਰਸ ਨੇ। ਜਿੰਨਾ ਵੀ ਰਾਜ ਰਿਹਾ ਸਾਨੂੰ ਮਤਲਬ ਅਣਗਹਿਲੇ ਹੀ ਰੱਖਿਆ ਜੀ। ਕੁਛ ਸਾਡੀ ਕੁਛ ਅਸੀਂ ਆਪਣੀ ਮੰਗਾਂ ਰੱਖ ਨਹੀਂ ਸਕੇ, ਨਾ ਕੋਈ ਇਹੋ ਜਿਹਾ। ਬਸ ਵੋਟਾਂ ਵੇਲੇ ਸਾਡੇ ਕੋਲ ਆਉਂਦੇ ਆ ਲੋਕ, ਵੋਟਾਂ ਲੈ ਕੇ ਬਾਅਦ 'ਚ ਕੋਈ ਪੁੱਛਦਾ ਨਹੀਂ। ਕੋਈ ਥੋੜ੍ਹੀ ਬਹੁਤੀ ਸਹੂਲਤ ਜੇ ਕਿਸੇ ਨੂੰ ਰਹਿਮ ਆ ਜਾਂਦਾ, ਉਹ ਵੀ ਕਮੇਟੀ ਵਾਲਿਆਂ ਨੂੰ, ਆਪਣੇ ਸ਼ਹਿਰ ਵਾਸੀਆਂ ਨੂੰ, ਉਹ ਮਾੜਾ ਮੋਟਾ ਕਰ ਦਿੰਦੇ ਇੱਧਰ ਉੱਧਰ ਪੱਕੇ। ਬਾਬਾ ਜੀ, ਜਿਵੇਂ ਉਹ ਬਾਬਾ ਜੀ ਦੱਸ ਰਹੇ ਸੀਗੇ, ਭਾਈ ਬਚਿੱਤਰ ਜੀ, ਭਾਈ ਮਣੀ ਸਿੰਘ ਜੀ, ਉਹ ਸਾਰੇ ਵੀ ਤੁਹਾਡੇ ਬਰਾਦਰੀ 'ਚੋਂ, ਉਹਨਾਂ ਵੇਲਿਆਂ 'ਚ ਤੁਹਾਡੀ ਬਰਾਦਰੀ 'ਚ ਹੋਇਆ, ਪਰ ਕਿਸੇ ਹੋਰ ਨੇ ਕਲੇਮ ਕਰਤਾ ਕਿ ਉਹ ਸਾਡੀ ਬਰਾਦਰੀ 'ਚੋਂ ਹੈ, ਤੁਹਾਡੀ 'ਚੋਂ ਨਹੀਂ, ਤੇ ਸਾਰੇ ਫਾਇਦੇ ਉਹ ਲੈ ਗਏ। ਉਹ ਦੱਸ ਰਹੇ ਸੀ ਬਾਈ ਜੀ। ਉਹ ਪੜ੍ਹੇ ਲਿਖੇ ਸੀਗੇ। ਵੈਸੇ ਸਾਡਾ ਜਿਹੜਾ ਪਿੱਛਾ ਹੈ ਨਾ, ਸਾਡੀ 2 ਬਜ਼ੁਰਗਾਂ ਦੀ ਔਲਾਦ, ਮਤਲਬ 2 ਬਜ਼ੁਰਗ ਸੀ ਸਾਡੇ ਜਿਹੜੇ, ਉਹਨਾਂ ਦੀ ਔਲਾਦ ਚਲੀ ਆ ਰਹੀ ਹੈ। ਜਿਹੜੇ ਇਸ ਚੀਜ਼ ਦਾ ਜਿਹੜੇ ਹੁਣ ਕਹਿੰਦੇ ਆ ਨਾ, ਇਹਨਾਂ ਨੂੰ ਕੀ ਨਾਮ, ਭਾਈ ਮਨੀ ਸਿੰਘ ਨੂੰ, ਬਚਿੱਤਰ ਸਿੰਘ ਨੂੰ, ਉਹ ਲਵਾਣੇ ਨੇ, ਉਹ ਸਾਡੇ 'ਚੋਂ ਹੀ ਨੇ। ਪਿੱਛਾ ਸਾਡਾ ਇੱਕੋ ਹੀ ਆ, ਮਤਲਬ ਇੱਕ ਬਾਪ ਦੇ ਜਿਵੇਂ 4 ਬੇਟੇ ਹੋ ਜਾਂਦੇ ਆ, ਉਹਨਾਂ ਦੇ ਅਲੱਗ-ਅਲੱਗ ਕੰਮ। ਇਸ ਹਿਸਾਬ ਨਾਲ ਪਿੱਛਾ ਸਾਡਾ ਇੱਕੋ ਹੀ ਆ। ਉਹਨਾਂ ਨਾਲ ਸੰਬੰਧ, ਉਹ ਪੜ੍ਹੇ ਲਿਖੇ ਸੀਗੇ, ਜਾਗਰੂਕ ਸੀਗੇ, ਉਹ ਥੋੜ੍ਹਾ ਜਿਹਾ ਆਪਣਾ ਨਾਂ ਅੱਗੇ ਕਰ ਗਏ। ਵੈਸੇ ਕੁਰਬਾਨੀਆਂ ਸਾਡੀਆਂ ਹੀ ਸੀਗੀਆਂ ਜ਼ਿਆਦਾ, ਕਿਉਂ ਹਥਿਆਰ ਤਾਂ ਅਸੀਂ ਬਣਾਉਂਦੇ ਸੀਗੇ ਨਾ, ਲੜਦੇ ਵੀ ਸੀਗੇ ਸਾਡੇ ਬੰਦੇ। ਇਹਦੇ 'ਚ ਪੂਰਾ ਨਾਂ ਲਿਖਿਆ ਹੋਇਆ ਉਹਨਾਂ ਦਾ, ਜਿਹੜੇ ਮਹਾਰਾਜ ਨਾਲ ਜੁੜੇ ਰਹੇ ਆਖਰੀ ਦਮ ਤੱਕ। ਬਾਬਾ ਜੀ, ਜਿਵੇਂ ਇੰਨਾ ਪੁਰਾਣਾ ਇਤਿਹਾਸ ਚੱਲਦਾ ਆ ਰਿਹਾ, ਤੁਹਾਡਾ ਬਹੁਤ ਵੱਡੀ ਦੇਣ ਹੈ ਤੁਹਾਡੀ ਸਿੱਖੀਜ਼ਮ ਨੂੰ। ਤੁਸੀਂ ਹਥਿਆਰ ਬਣਾਉਂਦੇ ਆਏ ਹੋ, ਉਹਨਾਂ ਵੇਲਿਆਂ ਵਿੱਚ ਬਹੁਤ ਵੱਡੀ ਦੇਣ ਰਹੀ ਹੈ ਸਿੱਖੀਜ਼ਮ ਨੂੰ। ਪਰ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਤੁਸੀਂ ਬਾਕੀਆਂ ਨਾਲੋਂ ਕੀ, ਤੁਹਾਡੇ 'ਚ ਕੀ ਵੱਖਰਾ ਹੈ? ਜਿਵੇਂ ਕਿ ਕਈਆਂ ਦਾ ਹੁੰਦਾ ਨਾ, ਮੈਂ ਦੇਖ ਰਹੀ ਸੀ ਕਿਤੇ ਕਿ ਸਾਰੇ ਜਾਣੇ ਤੁਸੀਂ ਪੂਰੇ ਸਿੱਖ ਹੋ, ਪੂਰੇ ਦਾੜਾ ਪ੍ਰਕਾਸ਼ ਕੀਤਾ ਹੋਇਆ ਹੈ, ਪੱਗ ਬੰਨ੍ਹਦੇ ਹੋ, ਉਵੇਂ ਮੈਨੂੰ ਬਾਕੀਆਂ ਨਾਲੋਂ ਕਿਵੇਂ ਅੱਡ ਹੋ ਤੁਸੀਂ? ਦੇਖੋ ਜੀ, ਇਹ ਤਾਂ ਸਾਡੇ ਬਜ਼ੁਰਗਾਂ ਦੀ ਦੇਣ ਹੈ। ਅਸੀਂ ਤਕਰੀਬਨ ਉਹਨਾਂ ਤੇ ਹੀ ਚੱਲ ਰਹੇ ਨੇ। ਉਹ ਗੁਰੂਆਂ ਨਾਲ ਰਹਿ ਕੇ ਉਹਨਾਂ ਨੇ ਗੁਰਸਿੱਖੀ ਸਿੱਖੀ ਸੀਗੀ, ਤੇ ਹੁਣ ਸਾਡੇ 'ਚੋਂ ਵੀ ਥੋੜ੍ਹੇ ਬਹੁਤੇ ਹੁਣ ਵਿਚਲਦੇ ਜਾ ਰਹੇ। ਤੁਸੀਂ ਜਾਣਦੇ ਹੋ ਵੀ ਜਿਹੜੇ ਅਸਲੀ ਸਿੱਖ ਨੇ, ਅੰਮ੍ਰਿਤਧਾਰੀ, ਉਹਨਾਂ ਦੇ ਵੀ ਬੱਚੇ ਮੋਨੇ ਹੋ ਗਏ ਦੇਖ ਕੇ ਦੁਨੀਆ ਨੂੰ। ਵੈਸੇ ਹਾਲੇ ਤੱਕ ਅਸੀਂ ਸਾਂਭੀ ਹੋਈ ਆ ਸਿੱਖੀ, ਹਾਲੇ ਤੱਕ ਤੁਸੀਂ ਸਾਂਭੀ ਹੋਈ ਆ, ਬਾਕੀਆਂ ਨੇ। ਦੇਖੋ ਸਾਡੇ ਬੱਚਾ ਹੋ ਜਾਂਦਾ ਜਦੋਂ ਤੱਕ ਅਸੀਂ ਮਹਾਰਾਜ ਉਸ ਨੂੰ, ਜਿਵੇਂ ਪੌਲ ਕਹਿ ਦਿੰਦੇ ਆ, ਉਸ ਦਾ ਨਾਂ ਤਾਂ ਹੀ ਰੱਖਦੇ ਆ, ਉਸ ਨੂੰ ਅੰਮ੍ਰਿਤ ਦੀ ਦਾਤ ਦੇ ਕੇ। ਅਸੀਂ ਉਸੇ ਸਿੱਖੀ ਤੇ ਹੀ ਚੱਲੇ ਹੋਏ ਆ ਜੀ ਹਾਲੇ ਤੱਕ।
ਤੇ ਹੁਣ ਜਿਵੇਂ ਤੁਸੀਂ ਦੱਸਿਆ, ਹਾਂਜੀ ਸਾਡੀ ਇੱਕ ਗੱਲ ਹੈ ਨਾ ਮੈਡਮ ਜੀ, ਦੇਖੋ ਅਸੀਂ ਕਿਸੇ ਨੂੰ ਵੀ ਨਹੀਂ ਦੋਸ਼ ਦਿੰਦੇ। ਇੱਕ ਤਾਂ ਸਮਝ ਲਓ ਸਾਡੀ ਏਕਤਾ ਹੀ ਨਹੀਂ ਹੈ, ਸਮਝ ਲਓ ਸਭ ਪਹਿਲਾ ਨੰਬਰ ਇਹ ਹੈ, ਨਾ ਕੋਈ ਸਾਡੇ ਚੋਂ ਪੜ੍ਹਿਆ ਲਿਖਿਆ ਹੈ। ਏਕਤਾ ਕਿੰਨਾ ਚ ਨਹੀਂ ਹੈ, ਸਿਗਲੀਗਰ ਵਾਲਿਆਂ ਚ ਜਾਂ ਕਿਸੇ ਹੋਰ ਚ? ਸਾਡੀ ਬਰਾਦਰੀ 'ਚ ਹੀ ਨਹੀਂ ਹੈਗਾ ਨਾ ਕੋਈ ਅਸੀਂ ਇੱਕ ਨੁਮਾਇੰਦਾ ਚੁਣ ਕੇ ਕਿਤੇ MLA ਜਾਂ ਕੋਈ ਮਿਊਨਿਸਪਲ ਕਮੇਟੀ 'ਚ ਮੈਂਬਰ ਜਾਂ ਕੋਈ ਪਿੰਡ ਦਾ ਪੰਚਾਇਤ ਇਸ ਤਰ੍ਹਾਂ ਆਉਂਦਾ ਨਹੀਂ। ਜੇ ਬਾਬਾ ਜੀ ਜਿਵੇਂ ਤੁਸੀਂ ਹਾਲਾਤਾਂ ਦੀ ਗੱਲ ਫੇਰ ਕਰ ਰਹੇ ਹੋ, ਜੇ ਮੈਂ ਹਾਲਾਤਾਂ ਦੀ ਗੱਲ ਕਰਾਂ ਤਾਂ ਕਿੱਦਾਂ ਦੇ ਹਾਲਾਤ ਨੇ? ਹਾਲਾਤ ਤੁਸੀਂ ਜਾਣਦੇ ਹੋ ਭੈਣ ਜੀ, ਹੁਣ ਤੁਸੀਂ ਜਾਣਦੇ ਹੋ ਵੀ ਮਹਿੰਗਾਈ ਕਿੰਨੀ ਹੋਈ ਹੈ। ਮਾੜਾ ਮੋਟਾ ਦਿਹਾੜੀ ਦੱਪਾ ਜਾਂ ਕੋਈ ਥੋੜੇ ਬਹੁਤੇ ਕੰਮ ਕਰਕੇ ਮਸਾਂ ਹੀ ਆਪਣੀ ਗੁਜ਼ਰ ਬਸਰ ਕਰ ਰਹੇ ਹਾਂ। ਸਾਨੂੰ ਸਰਕਾਰੀ ਸਹੂਲਤਾਂ ਕੋਈ ਨਹੀਂ ਮਿਲਦੀਆਂ ਕਿ ਜਿਹੜਾ ਆਟਾ ਦਾਣੇ ਕਣਕ ਦਿੰਦੇ ਜਿਹੜੀ, ਬਸ ਇਹੀ ਸਾਨੂੰ ਸਰਕਾਰ ਤੋਂ ਸਹੂਲਤ ਮਿਲ ਰਹੀ ਹੈ। ਬਾਕੀ ਹੋਰ ਕੋਈ ਸਾਡੇ ਘਰ ਸਹੂਲਤ ਨਹੀਂ ਆਉਂਦੀ ਕੋਈ ਸਾਨੂੰ। ਅਸੀਂ ਹੋਰ ਵੀ ਬਾਈਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਈ ਜੀ, ਤੁਹਾਡੇ ਨਾਲ ਮੈਂ ਗੱਲ ਕਰਨਾ ਚਾਹੂੰਗੀ, ਜਿਵੇਂ ਕਿ ਸਿੱਖੀਜ਼ਮ ਨੂੰ ਬਹੁਤ ਵੱਡੀ ਦੇਣ ਰਹੀ ਹੈ ਤੁਹਾਡੀ। ਉਹਨਾਂ ਵੇਲਿਆਂ ਵਿੱਚ ਹਥਿਆਰ ਬਣਾਉਂਦੇ ਆਏ ਹੋ ਤੇ ਅੱਜ ਦੇ ਟਾਈਮ ਵਿੱਚ ਚਾਬੀਆਂ ਤਾਲੇ ਬਣਾਉਣ ਤੇ ਮਜਬੂਰ ਹੋ। ਮਜਬੂਰ ਹਾਂ ਜੀ, ਗਰੀਬੀ ਨੇ ਮਜਬੂਰ ਕੀਤੇ ਹੋਏ ਆ। ਉਸ ਟਾਈਮ ਕੋਈ ਹੋਰ ਸੀ ਜੀ, ਹੁਣ ਜੋ ਸਾਡੇ ਬਜ਼ੁਰਗ ਸੀ ਵਿਚਾਰੇ ਉਹ ਹਥਿਆਰ ਬਣਾਉਂਦੇ ਸੀ। ਹੁਣ ਅੱਗੇ ਪੌਦ ਚਲੀ ਆ ਰਹੀ ਆ, ਹੁਣ ਛੱਡਦੇ ਆ ਰਹੇ ਵਿੱਚ। ਹੁਣ ਕੋਈ ਕਿਸੇ ਦਾ ਨਹੀਂ ਹੈ ਜੀ, ਕੋਈ ਹਥਿਆਰ ਨਹੀਂ ਬਣਾ ਰਿਹਾ, ਕੋਈ ਕੁਛ ਨਹੀਂ ਬਣਾ ਰਿਹਾ। ਹੁਣ ਤਾਂ ਆਪਣੇ ਆਪਣੀ ਰਹਿ ਗਈ ਜੀ। ਘਰਾਂ ਦੀ ਗਰੀਬੀ ਨੇ ਜਿਹੜੀ ਹੈਗੀ ਆ, ਗਰੀਬੀ ਨੇ ਮਾਰ ਰੱਖੇ ਆ। ਬਸ ਕੋਈ ਸਾਡੀ ਸਹੂਲਤ ਨਹੀਂ ਦਿੰਦਾ, ਕੋਈ ਸਾਰੀ ਸਰਕਾਰਾਂ ਦੇਖ ਲਿਆ ਸੀ, ਕਿਸੇ ਵੀ ਸਰਕਾਰ ਨੇ SGPC ਨੇ ਜਾਂ ਕਿਸੇ ਹੋਰ ਨੇ ਆ ਕੇ ਕਿਸੇ ਨੇ ਸਾਰ ਨਹੀਂ ਪੁੱਛੀ, ਸਹੂਲਤ ਨਹੀਂ ਦਿੱਤੀ ਜੀ ਕਿਸੇ ਵੀ ਚੀਜ਼ ਦੀ। 50-60 ਸਾਲ ਹੋ ਗਏ ਸਾਨੂੰ ਰਹਿੰਦਿਆਂ ਨੂੰ, ਇੱਥੇ ਕੋਈ ਸਹੂਲਤ ਨਹੀਂ ਮਿਲੀ। ਐਤਕੀ ਸਰਕਾਰ ਸਾਡੇ ਨਾਲ ਦਾਅਵਾ ਕਰਕੇ ਗਈ ਸੀ ਝਾੜੂ ਵਾਲੇ ਵੀ ਦੇਖੋ ਅਸੀਂ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਜ਼ਰੂਰ ਕਰਾਂਗੇ ਕੁਛ। ਲੇਕਿਨ ਸਾਡੇ MLA ਨੇ ਇੱਥੇ ਦੇ ਜਿਹੜੇ ਆਪਣੇ ਜੀ ਗੈਰੀ ਬਰਿੰਗ, ਉਹ ਕਹਿ ਕੇ ਗਏ ਸੀ, ਇੱਥੇ ਦਾਅਵਾ ਕਰਕੇ ਗਏ ਸੀ ਵੀ ਤੁਹਾਡਾ ਮੈਂ ਕਰੂੰਗਾ, ਦੇਖ ਕੇ ਗਏ ਸੀ ਤਾਂ ਮੌਕਾ। ਬਾਈ ਜੀ ਸਿਰਫ 20 ਦਿਨ ਹੋਏ ਆ ਆਈ ਨੂੰ ਸਰਕਾਰ। 20 ਦਿਨ ਹੋਇਆ, ਸਾਨੂੰ ਉਹਨਾਂ ਦਾ ਹੀ ਆਸਰਾ ਔਰ ਉਹਨਾਂ ਦੀ ਅਸੀਂ ਉਮੀਦ ਲਾਈ ਹੋਈ ਆ ਵੀ ਦੇਖੋ ਸਾਡਾ ਕੁਝ ਕਰਨਗੇ। ਵੀ ਬਾਕੀ ਅਸੀਂ ਐਂ ਕਹਿੰਦੇ ਆ ਵੀ ਮਹਾਰਾਜ ਉਹ ਪਹਿਲੇ ਵਾਲੇ ਕੰਮ ਰਹੇ ਨਹੀਂ, ਹੁਣ ਤਾਂ ਅਸੀਂ ਗਰੀਬੀ ਨੇ ਮਾਰੇ ਪਏ ਆ ਜੀ। ਸਾਨੂੰ ਗਰੀਬੀ ਮਾਰ ਰਹੀ ਆ, ਜੋ ਵੀ ਕੁਝ ਮਾਰ ਰਹੀ ਆ। ਬਾਈ ਜੀ ਬਾਕੀ ਤੁਸੀਂ ਦੇਖ ਰਹੇ ਹੋ ਹਾਂਜੀ ਸਾਡੇ ਹਾਲਾਤ ਵੀ ਕਿਆ ਹਾਲਾਤ ਨੇ, ਤੁਸੀਂ ਆਪ ਦੇਖ ਕੇ ਆਏ ਹੋ ਵੀ ਸਾਡੇ ਹਾਲਾਤਾਂ ਨੂੰ ਦੇਖੋ, ਵੀ ਹਾਲਾਤ ਨਜ਼ਰ ਦੇ ਰੱਖੇ ਵੀ ਤੁਸੀਂ ਆਪ ਦੇਖ ਸਕਦੇ ਵੀ ਕੀ ਹਾਲਾਤ ਆ ਮਾਰੇ ਸਾਡਾ। ਅਸੀਂ ਸਾਨੂੰ ਗਰੀਬੀ ਨਹੀਂ ਜ਼ਿਆਦਾ ਮਾਰਿਆ ਹੋਇਆ ਬਸ। ਬਾਈ ਜੀ ਤੁਸੀਂ ਕਿੰਨੀ ਉਮਰ ਹੈ ਤੁਹਾਡੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਉਮਰ 24 ਤੇ 25 ਸਾਲ ਦੇ ਵਿੱਚ ਹੈਗੀ ਆ। ਕੀ ਕੰਮ ਕਰਦੇ ਹੋ ਤੁਸੀਂ? ਆਪਣਾ ਤਾਲੇ ਚਾਬੀਆਂ ਦਾ ਕੰਮ ਹੈ ਜੀ, ਜੋ ਅੱਜ 5ਵੀਂ ਜਾਂ 6ਵੀਂ ਪੀੜ੍ਹੀ ਆ ਸਿਗਲੀਗਰ ਬਰਾਦਰੀ ਨੂੰ SGP ਦੇ ਘੱਟੋ ਘੱਟ ਵੀ 14.5 ਕਰੋੜ ਦਾ ਬਜਟ ਕੱਟਦਾ। ਉਹ ਸਿਗਲੀਗਰਾਂ ਨੂੰ ਮਿਲਦਾ 1 ਰੁਪਇਆ ਨਹੀਂ। ਉਹਦੇ ਵਿੱਚ ਮਤਾ ਪਾ ਕੇ ਉਹ ਆਪ ਕੋਈ ਖਾ ਜਾਂਦੇ ਆ, ਕੋਈ ਉਹਨਾਂ ਦੇ ਝੋਲੇ 'ਚ ਪੈ ਜਾਂਦਾ, ਕੋਈ ਜੇਬਾਂ 'ਚ ਰੱਖ ਲੈਂਦੇ ਆ ਜੀ। ਉਸ ਤੋਂ ਬਾਅਦ ਕਰਦੇ ਕਰਾਂਦੇ 7.5 ਕਰੋੜ ਦਾ ਬਜਟ ਸੀ, ਹੁਣ ਪਹਿਲਾਂ ਵੀ ਪਿੱਛੇ ਪਾਸ ਹੋਇਆ ਸੀ, ਉਹ ਵੀ ਸਾਨੂੰ ਹਾਲੇ ਤੱਕ ਮਿਲਿਆ ਨਹੀਂ। ਉਸ ਤੋਂ ਬਾਅਦ ਸਾਡਾ ਬਜਟ ਆ ਗਿਆ 50 ਲੱਖ ਰੁਪਏ ਦਾ ਜੀ। ਉਸ ਤੋਂ ਬਾਅਦ ਉਹ ਸਾਨੂੰ 50 ਲੱਖ ਤੇ ਹੌਲੀ ਹੌਲੀ ਸਾਨੂੰ ਜ਼ੀਰੋ ਤੇ ਆ ਜਾਾਂਗੇ। ਉਹ ਸਾਨੂੰ ਹਾਲੇ ਤੁਸੀਂ ਪੂਰੀ ਪੜ੍ਹਾਈ ਕੀਤੀ ਹੋਈ ਹੈ? ਨਹੀਂ ਵੀ ਅਨਪੜ੍ਹੀਆਂ ਜੀ। ਹਾਂ ਦੇਖੋ ਆਪਣੇ ਇਹ ਖਾਨਦਾਨੀ ਕੰਮ ਆ, ਤਾਲੇ ਚਾਬੀਆਂ ਦਾ ਕੰਮ ਹੈ ਜੀ। ਸ਼ੁਰੂ ਤੋਂ ਹੀ ਤਾਲੇ ਚਾਬੇ ਖਾਨਦਾਨੀ ਕੰਮ ਆ, ਹੋਰ ਸਾਡਾ ਕੋਈ ਹੈ ਨਹੀਂ। ਜੇ ਪੜ੍ਹਾਉਣਗੇ ਤਾਂ ਮਾਪੇ ਜਾਂ ਉਹਨਾਂ ਦੇ ਕੋਲ ਕੁਝ ਹੋਊਗਾ। ਅੱਜ ਕੱਲ੍ਹ ਦੀਆਂ ਪੜ੍ਹਾਈਆਂ ਬਹੁਤ ਔਖੀਆਂ ਨੇ। 2-4 ਤੁਹਾਡੇ ਚੋਂ ਕੋਈ ਨਹੀਂ ਪੜ੍ਹਿਆ ਲਿਖਿਆ? ਕਿੰਨਾ ਸਭ ਤੋਂ ਵੱਧ ਕੌਣ ਪੜ੍ਹਿਆ ਇੱਥੇ? ਸਭ ਤੋਂ ਵੱਧ ਸਭ ਤੋਂ ਵੱਧ ਉਹੀ ਬੰਦੇ ਪੜੇ ਹੋਏ ਸਾਡੇ ਭਰਾ ਜੀ, ਬਜ਼ੁਰਗ। ਹਾਂਜੀ ਬੀਬੀਆਂ ਨਾਲ ਵੀ ਗੱਲ ਕਰਨਾ ਚਾਹਾਂਗੇ। ਬੀਬੀ ਜੀ, ਜਿਵੇਂ ਉਹਨਾਂ ਵੇਲਿਆਂ ਚੋਂ ਗਾਂ ਦੀ ਗਾਂ ਤੁਹਾਡਾ ਵੰਸ਼ ਚੱਲਦਾ ਆ ਰਿਹਾ ਹੈ ਤੇ ਕਿਸੇ ਵੇਲਿਆਂ 'ਚ ਤੁਸੀਂ ਜਿਹੜੀ ਤੁਹਾਡੀ ਬਰਾਦਰੀ ਆ ਇਹ ਉਹਨਾਂ ਸਮਿਆਂ ਵਿੱਚ ਵੈਪਨ ਬਣਾਉਂਦੀ ਸੀਗੀ, ਹਨਾ, ਤੇ ਅੱਜ ਦੇ ਟਾਈਮ ਵਿੱਚ ਤਾਲੇ ਚਾਬੀਆਂ ਬਣਾਉਣ ਤੇ ਮਜਬੂਰ ਹੋਈ ਪਈ ਆ। ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਪੁੱਤ ਉਹ ਤਾਂ ਪਹਿਲਾਂ ਸਿਆਣੇ ਸੀ ਜਿਹੜੇ ਬਣਾਉਂਦੇ ਸੀ, ਉਹ ਵੀ ਉਹਨਾਂ ਦੇ ਗੁਰੂਆਂ ਦੇ ਹਥਿਆਰ ਉਹ ਤੇਜ਼ ਕਰਕੇ ਦਿੰਦੇ ਸੀ। ਕੋਈ ਹਥਿਆਰ ਬਣਾਉਣ ਨੂੰ ਕੋਈ ਬੰਦੂਕਾਂ ਤਾਂ ਨਹੀਂ ਬਣਾਉਂਦੇ ਸੀ, ਉਹ ਹਥਿਆਰ ਉਹਨਾਂ ਦੇ ਗੁਰੂਆਂ ਦੇ ਹੀ ਬਣਾ ਕੇ ਦਿੰਦੇ ਸੀ ਬਸ। ਕਿਸੇ ਵੇਲਿਆਂ 'ਚ ਤੋਪਾਂ ਬਣਾਈਆਂ ਤੇ ਅੱਜ ਤਾਲੇ ਚਾਬੀਆਂ? ਨਹੀਂ ਜੀ ਨਹੀਂ, ਤੋਪਾਂ ਅਸੀਂ ਨਹੀਂ ਬਣਾਈਆਂ, ਉਹ ਸਾਡੇ ਬਜ਼ੁਰਗਾਂ ਨੇ ਵੀ ਨਹੀਂ ਬਣਾਈਆਂ ਤੋਪਾਂ ਤਾਂ। ਉਹ ਤਾਂ ਗੁਰੂਆਂ ਦੇ ਉਹੀ ਹਥਿਆਰ ਜਿਹੜੇ ਗੁਰੂਆਂ ਦੇ ਹੈਗੇ ਸੀ ਤੇਜ਼ ਕਰਕੇ ਦਿੰਦੇ ਸੀ। ਸਿਕਲ ਤਾਂ ਹੀ ਤਾਂ ਸਾਡੇ ਨਾਲ ਸਿਕਲ ਰੱਖਿਆ ਉਹਨਾਂ ਨੇ, ਸਿਕਲ ਕਰਕੇ ਦਿੰਦੇ ਸੀ ਉਹਨਾਂ ਨੂੰ। ਮੈਂ ਹੁਣੇ ਸੁਣ ਰਹੀ ਸੀ ਤੁਹਾਡੀ ਆਪਦੀ ਬੋਲੀ ਇੱਕ ਬੜੀ ਵੱਖਰੀ ਜੀ ਬੋਲੀ ਹੈ। ਕੀ ਬੋਲਦੇ ਹੋ ਤੁਸੀਂ ਆਪਸ 'ਚ? ਹਾਂਜੀ, ਅਲੱਗ ਜੀ ਬੋਲੀ ਹੈ ਤੁਹਾਡੀ ਆਪਦੀ। ਉਹ ਸਾਡੇ ਹਰਿਆਣੇ ਦੀ ਬੋਲੀ ਵੀ ਆ ਜਾਂਦੀ ਹੈ ਨਾ ਜੀ ਕਦੇ ਕਦੇ। ਹਿੰਦੀ ਬੋਲਦੇ ਹੋ ਤੁਸੀਂ ਸਾਰੇ? ਵਿੱਚ ਤਾਂ ਅਸੀਂ ਐਵੇਂ ਬੋਲਦੇ ਹਾਂ ਆਪ। ਮੈਂ ਕਹਿਣਾ ਚਾਹੁੰਦਾ ਹਾਲੇ ਤੱਕ SGP ਨੇ ਕੋਈ ਆਪਾਂ ਨੂੰ ਬਜਟ ਨਹੀਂ ਦਿੱਤਾ,
ਠੀਕ ਹੈ ਜੀ। ਹਾਲੇ ਤੱਕ ਆਪਾਂ ਨੂੰ ਕੋਈ ਨੌਕਰੀ ਨਹੀਂ ਮਿਲੀ ਐਜੀਪੀ ਨੇ, ਕੋਈ ਹਾਲੇ ਤੱਕ ਆਪਾਂ ਨੂੰ ਪੜ੍ਹਾਈ ਨਹੀਂ ਮਿਲੀ। ਹਾਲੇ ਤੇ ਐਜੀਪੀ ਦੇ ਕੋਲ ਸਕੂਲ ਸੈਂਕੜੇ ਸਕੂਲ ਨੇ, ਹਾਲੇ ਤੱਕ ਸਾਡਾ ਸਿੱਖ ਸਿਗਲੀਗਰ ਦਾ ਬੱਚਾ ਕੋਈ ਨਹੀਂ ਪੜ੍ਹਾਇਆ ਗਿਆ। ਉਹ ਮਤਾ ਪਾਉਂਦੇ ਲਿਖਦੇ ਅਖਬਾਰ 'ਚ ਜ਼ਰੂਰ ਆ ਜੀ, ਅਸੀਂ ਐਜੀਪੀ ਸਿਗਲੀਗਰ ਐਜੀਪੀ ਸਿਗਲੀਗਰਾਂ ਵਾਲਾ ਅਸੀਂ ਇੰਨਾ ਕਰਦੇ ਆ ਉਹ ਕਰਦੇ। ਐਜੀਪੀ ਕਰਨੇ ਤੋਂ 1 ਰੁਪਿਆ ਵੀ ਨਹੀਂ ਆਉਂਦਾ ਸਿਗਲੀਗਰ ਬਰਾਦਰੀ ਨੂੰ। ਤੁਸੀਂ ਘਰ ਦੇਖ ਲਿਆ ਕਿੰਨੇ ਕੱਚੇ ਨੇ, ਠੀਕ ਹੈ ਜੀ। ਇਹ ਕਾਫੀ ਟਾਈਮ ਤੋਂ ਹੀ ਪਿੱਛੇ ਬਹੁਤ ਹੋ ਗਏ। ਅਨਪੜ੍ਹ ਤੋਂ ਕੁਝ ਕਮਾਈਆਂ ਇਹਨਾਂ ਦੀ ਇਹ ਜਿਹੀਆਂ ਨੇ, 200-300 ਰੁਪਏ ਕੀ ਹੁੰਦਾ ਅੱਜ ਕੱਲ੍ਹ ਦਾ 220 ਰੁਪਏ ਕਿਲੋ ਦਾ ਤੇਲ ਆਉਂਦਾ। ਹੁਣ ਬੰਦਾ ਕੀ ਕਰੂਗਾ, ਆਪਣੇ ਬੱਚਿਆਂ ਨੂੰ ਪਾਲੂਗਾ, ਘਰ-ਬਾਰ ਪਾਊਗਾ, ਆਪਣਾ ਰੋਟੀ ਪਾਣੀ ਚਲਾਊਗਾ, ਕੰਮ ਕਰੂਗਾ, ਬੱਚਿਆਂ ਨੂੰ ਪੜਾਊਗਾ, ਕਿੱਥੇ ਤੱਕ ਜਾਊਗਾ ਅੱਜ ਦੇ ਟਾਈਮ 'ਚ ਮੈਡਮ ਜੀ, ਠੀਕ ਹੈ ਨਾ ਜੀ। ਕਹਿਣ ਦਾ ਪਾ ਸਾਡਾ ਕੋਈ ਜੁੰਨੀ ਜਿਹੜੀ ਹੈਗੀ ਸਿੱਖ ਸਿਗਲੀਗਰ ਬਰਾਦਰੀ ਦੀ ਉਹ ਸੁਧਰਨੀ ਚਾਹੀਦੀ ਆ। ਆਪਣੀ ਤਾਂ ਬੇਨਤੀ ਹੈ, ਇਹ ਸਾਡੀਆਂ ਸਰਕਾਰਾਂ ਦੀ ਨਲਾਇਕੀਆਂ ਨੇ ਜੋ ਸਿਗਲੀਗਰ ਕੌਮ ਆਪਣੀ ਬਹੁਤ ਪਿੱਛੇ ਲੈ ਕੇ ਆਈ। ਜਿਹੜੀ ਇੰਨੀ ਤਕੜੀ ਕੌਮ ਸੀ ਉਹ ਸਭ ਤੋਂ ਜਿਹੜੀ ਸਿਗਲੀਗਰ ਕੌਮ ਸੀ ਅੱਜ ਸਭ ਤੋਂ ਪਿੱਛੇ ਜਾ ਰਹੀ ਹੈ। ਜਿਹੜੀ ਸਭ ਤੋਂ ਅੱਗੇ ਸੀ ਉਹ ਸਭ ਤੋਂ ਅੱਗੇ ਹੋਣੀ ਚਾਹੀਦੀ, ਜਿਹੜੀ ਅੱਜ ਕਿਸੇ ਨੂੰ ਪੁੱਛ ਗਿੱਛੇਗੀ। ਅੱਜ ਨਵੀਆਂ ਸਰਕਾਰਾਂ, ਹੁਣ ਨਵੀਂ ਸਰਕਾਰ ਬਣੀ ਆ, ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਲੋਕਾਂ ਨੇ ਬੜਾ ਵੱਡਾ ਹੁੰਗਾਰਾ ਭਰ ਕੇ ਗਾਂ ਉਹਨਾਂ ਨੂੰ ਮੋਰੀ ਬਣਾਇਆ ਹੈ। ਕੀ ਉਮੀਦਾਂ ਹੈ ਉਹਨਾਂ ਤੋਂ? ਦੇਖੋ ਮੈਡਮ ਜੀ, ਨਵੀਂ ਸਰਕਾਰ ਬਣੀ ਆ, 15-20 ਦਿਨ ਹੋਏ ਨੇ, ਠੀਕ ਹੈ ਨਾ। ਭਗਵੰਤ ਮਾਨ ਜੀ ਹਾਲੇ ਬੈਠੇ ਨੇ, ਹੌਲੀ ਹੌਲੀ ਜਿੱਦਾਂ ਉਹ ਕਹਿਣਗੇ ਜੋ ਸਾਡੀ ਸੁਣਨਗੇ ਅਸੀਂ ਉਹਨਾਂ ਦੇ ਨਾਲ ਆ। ਕੋਈ ਨਵੀਂ ਸਰਕਾਰ ਹਾਲੇ ਕੁਝ ਕਹਿ ਨਹੀਂ ਸਕਦੇ। ਪਹਿਲਾਂ ਕਾਂਗਰਸ ਰਾਜ ਕਰ ਗਈ, ਕੱਲ੍ਹ ਹੀ ਰਾਜ ਕਰ ਗਏ। 70 ਸਾਲ ਹੋ ਗਏ ਇਹਨਾਂ ਨੂੰ ਕਾਂਗਰਸ ਕੱਲ੍ਹ ਹੀ ਰਾਜ ਕਰਦਿਆਂ ਨੂੰ। ਇਹਨਾਂ ਨੇ ਹਾਲੇ ਤੱਕ ਪੰਜਾਬ ਦੇ ਵਿੱਚ ਸਿਗਲੀਗਰ ਬਰਾਦਰੀ ਦਾ ਇੱਕ ਮਤਾ ਨਹੀਂ ਪਾਸ ਕੀਤਾ। ਹਾਲੇ ਤੱਕ ਤੁਸੀਂ ਰਜਿਸਟਰ 'ਚ ਲਿਖ ਕੇ ਦਿਖਾ ਦਿਓ ਤੁਸੀਂ ਕੋਈ ਮਤਾ ਪਾਸ ਕੀਤਾ ਹੋਵੇ। 70 ਸਾਲ ਹੋ ਗਏ ਕਾਂਗਰਸ ਅਕਾਲੀ ਨੂੰ ਪੰਜਾਬ ਦੇ ਵਿੱਚ ਰਹਿੰਦੇ ਨੂੰ। ਵੀ ਇਹ ਵੀ ਕਿਸੇ ਗਰੀਬ ਬੰਦਾ ਕੋਈ ਐਮਸੀ ਤੇ ਨਹੀਂ ਪੁੱਛਣ ਆਉਂਦੇ ਵੋਟਾਂ ਦੇ ਟਾਈਮ ਹੱਥ ਜੋੜਦੇ ਆ, ਚਲੇ ਜਾਂਦੇ ਆ। ਹਾਲੇ ਤੱਕ ਕੋਈ ਤੁਸੀਂ ਚਲ ਜਾਓ, ਅਸੀਂ ਜੇ ਜਾਂਦੇ ਹਾਂ ਨਾ ਉੱਥੇ ਉਹਨਾਂ ਦੇ ਕੋਲ ਸਾਈਨ ਕਰਾਉਣ, ਜੇ ਗਏ ਹੋਏ ਨੇ ਚਾਹੇ ਅੰਦਰ ਹੀ ਬੈਠੇ ਹੋਣ, ਉਹ ਕਹਿਣਗੇ ਜੀ ਚਾਹ ਪੀਣ ਉੱਥੇ ਮੀਟਿੰਗ 'ਚ ਬੈਠੇ ਗਏ ਹੋਏ ਨੇ ਜੀ, ਇਹ ਆ ਉਹ ਆ। ਕੋਈ ਸੁਣਾਈ ਹੈ ਨਹੀਂ ਗਰੀਬ ਬੰਦੇ ਦੀ। ਦੇਖੋ ਸਿਗਲੀਗਰ ਬਰਾਦਰੀ ਜੋ ਹੈ ਸਭ ਤੋਂ ਬਹੁਤ ਪਿੱਛੇ ਹੈ ਜੀ। ਦੇਖੀ ਬਾਈ ਜੀ ਕਿਸੇ ਹੋਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਈ ਜਿਵੇਂ ਪਿੱਛੇ ਜਿਹਾ ਮੈਂ ਬਾਈ ਨਾਲ ਗੱਲ ਕਰ ਰਹੀ ਸੀ, ਉਹ ਸਰਕਾਰਾਂ ਨਾਲ ਬਹੁਤ ਰੋਸ ਦਿਖਾ ਰਹੇ ਆ ਤੇ ਤੁਹਾਡੀ ਬਰਾਦਰੀ ਇਹੋ ਜਿਹੀ ਹੈ ਜਿਨ੍ਹਾਂ ਨੇ ਸਿੱਖੀ ਹਾਲੇ ਤੱਕ ਸਾਂਭ ਕੇ ਰੱਖੀ ਹੈ, ਜਦ ਕਿ ਅੱਜ ਦੇ ਵੇਲਿਆਂ ਵਿੱਚ ਹਰ ਕੋਈ ਬਦਲ ਰਿਹਾ, ਵੇਲੇ ਦੇ ਨਾਲ ਹਰ ਕੋਈ ਬਦਲ ਰਿਹਾ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤਾਂ ਅਸੀਂ ਕਹਿੰਦੇ 6ਵੇਂ ਪਾਤਸ਼ਾਹ ਜਦ ਇੱਥੇ ਆਏ ਸੀ ਨਾ ਮੰਡੀ ਗੋਬਿੰਦਗੜ੍ਹ 'ਚ, ਤਾਂ ਉਹਨਾਂ ਦੀ ਘੋੜੇ ਦੀ ਨਾਲ ਟੁੱਟ ਗਈ ਸੀਗੀ। ਉੱਥੇ ਸਾਡਾ ਬੰਦਾ ਘੋੜੇ ਦੀ ਨਾਲ ਜੋੜੀ ਸੀਗੀ, ਤਾਂ ਉਹ ਕਹਿੰਦੇ ਵੀ ਸਾਨੂੰ ਹਥਿਆਰ ਵੀ ਬਣਾ ਕੇ ਦਿਓ। ਉੱਥੇ ਇਤਿਹਾਸ ਵੀ ਸਾਡਾ ਲਿਖਿਆ ਹੋਇਆ, ਬੰਦੇ ਸਾਡੇ ਹਥਿਆਰ ਬਣਾ ਰਹੇ ਨੇ। 6ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਹਥਿਆਰ ਬਣਾ ਕੇ ਦਿੰਦੇ ਰਹੇ ਆ। ਜਿਹੜਾ ਸਾਡਾ ਸੋਚਣੀ ਸੀਗੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਸੋਚਣੀ ਸੀਗੀ, ਮਗਰ ਜਿੰਨਾ ਸਾਨੂੰ ਥੱਲੇ ਲਾਇਆ ਸਾਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਇਆ ਜੀ। ਇੱਕ ਸਾਡੇ ਬਾਰੇ ਇੱਕ ਪੈਸੇ ਦਾ ਨਹੀਂ ਸੋਚਿਆ, ਇੱਕ ਸਰਕਾਰਾਂ ਨਹੀਂ ਸਾਡੇ ਬਾਰੇ ਸੋਚਦੀਆਂ। ਚਾਹੇ ਜਿਹੜੀ ਮਰਜ਼ੀ ਸਰਕਾਰ ਆ ਜਾਵੇ ਸਾਨੂੰ ਮਿੱਠੀ ਗੋਲੀ ਦੇ ਜਾਂਦੀ ਆ, ਤੁਹਾਡਾ ਇਹ ਕਰ ਦਾਂਗੇ ਜੀ, ਵਾਹ ਕਰ ਦਾਂਗੇ ਜੀ, ਫਲਾਣਾ ਕਰ ਦਾਂਗੇ। 70 ਸਾਲ ਹੋ ਗਏ ਸਾਨੂੰ। ਇਹ ਜਗ੍ਹਾ ਦੇਖ ਲਓ ਤੁਹਾਡੇ ਕੋਲ, ਤੁਸੀਂ ਤਾਂ ਦੇਖੀ ਆ ਕਿੰਨੀ ਕੁ ਜਗ੍ਹਾ ਸਾਡੇ ਕੋਲ। ਇਹ ਥੋੜੀ ਜਗ੍ਹਾ ਜੀ, ਇਹਦੇ 'ਚ ਸਾਡਾ ਗੁਜ਼ਾਰਾ ਨਹੀਂ ਹੁੰਦਾ। ਸਾਨੂੰ ਤਾਂ ਘੱਟੋ ਘੱਟ ਵਧੀਆ ਤਾਂ ਪਾ ਕੇ ਦੇਣ, ਜੇ ਅਸੀਂ ਉੱਪਰ ਥੱਲੇ ਹੋਰ ਪਾ ਲਈਏ ਜੀ। ਸਾਨੂੰ ਪਤਾ ਕੀ ਕਹਿੰਦੇ ਨੇ, ਚਲੋ ਜੀ ਲਾਰਾ ਲਾ ਦਿੰਦੇ ਨੇ ਸਾਨੂੰ, ਇਹਦਾ ਇਹ ਕਰਦੇ ਜੀ। ਮਗਰ ਸਾਡੀ ਹੁਣ ਜਿਹੜੀ ਸੋਚ ਆ ਵੀ ਸਾਨੂੰ ਵੱਧ ਤੋਂ ਵੱਧ ਸਰਕਾਰ ਸਾਡੇ ਬਾਰੇ ਸੋਚੇ, ਵੀ ਸੋਚਣਾ ਚਾਹੀਦਾ ਉਹਨੂੰ ਸਾਡੇ ਬਾਰੇ। ਨਵੀਂ ਸਰਕਾਰ ਆ, ਚਲੋ ਉਹ ਵੀ ਆਏ ਸੀਗੇ ਗੇਵੀ ਬਡਿੰਗ ਵੀ ਜੀ, ਉਰੇ ਆ ਕੇ ਗਏ ਨੇ, ਸਾਡੇ ਨਾਲ ਵਾਅਦੇ ਵੀ ਕਰਕੇ ਗਏ ਨੇ। ਹੁਣ ਉਹ ਵਾਅਦਿਆਂ ਨੂੰ ਨਿਭਾਉਣ ਨਾ ਸਾਡੇ ਕੋਲ ਕਿਸੇ ਬੰਦੇ ਕੋਲ ਸਰਕਾਰੀ ਨੌਕਰੀ, ਨਾ ਸਾਡੇ ਕੋਲ ਕੁਛ ਜੀ। 5-5 ਮਰਲੇ ਜ਼ਮੀਨ ਦੇ ਇਹਨਾਂ ਨੇ ਕਿਹਾ ਐਸਜੀਪੀਸੀ ਨੇ ਜਾਂ ਸ਼੍ਰੋਮਣੀ ਕਮੇਟੀ ਨੇ ਕਿਸੇ ਨੇ ਵੀ ਆ ਕੇ ਤੁਹਾਡੀ ਸਾਰ ਨਹੀਂ ਦਿੱਤੀ? ਸਾਡੇ ਇੱਥੇ ਹੈਗਾ ਜੀ ਅਰਵਿੰਦਰ ਸਿੰਘ ਖਾਲਸਾ, ਅਸੀਂ ਉਹਨਾਂ ਨੂੰ ਸਾਨੂੰ ਕਹਿੰਦੇ ਵੋਟਾਂ ਪਾ ਕੇ ਜਿਤਾਇਆ ਸੀਗਾ ਬਈ। ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਸਾਨੂੰ ਕਹਿੰਦੇ ਸੀਗੇ ਵੀ ਤੁਸੀਂ ਤੁਹਾਡੇ ਕਾਗਜ਼ ਭਰ ਦਿਓ ਵੀ 20,000 ਰੁਪਏ ਤੁਹਾਨੂੰ ਮਿਲ ਜੂਗਾ। ਅਸੀਂ ਘੱਟੋ ਘੱਟ ਨਹੀਂ 2-3 ਵਾਰੀ ਕਾਗਜ਼ ਭਰ ਕੇ ਦਿੱਤੇ ਨੇ ਜੀ ਉਹਨੂੰ, ਰਵਿੰਦਰ ਸਿੰਘ ਖਾਲਸਾ ਨੂੰ। ਅੰਮ੍ਰਿਤਸਰ ਵੀ ਜਾਇਆ ਹੈ, ਸਾਡਾ ਹਾਲੇ ਤੱਕ ਨਹੀਂ ਕੁਝ ਸੋਚਿਆ ਜੀ ਉਹਨਾਂ ਨੇ। ਆਉਣ ਵਾਲੇ ਟਾਈਮ 'ਚ ਤੁਹਾਨੂੰ ਲੱਗਦਾ ਹੁਣ ਜਿਵੇਂ ਨਵੀਂ ਸਰਕਾਰ ਆਈ ਹੈ, ਸਾਰੇ ਲੋਕਾਂ ਨੇ, ਸਾਰੇ ਪੰਜਾਬ ਨੇ ਬੜਾ ਵੱਡਾ ਹੰਗਾਰਾ ਭਰ ਕੇ ਇੱਕ ਇਤਿਹਾਸ ਬੰਨਿਆ? ਬਿਲਕੁਲ ਜੀ, ਬਿਲਕੁਲ ਜੀ। ਇਹਦੇ ਤੇ ਹੁਣ ਸਾਨੂੰ ਪੂਰਾ ਭਰੋਸਾ ਭਗਵੰਤ ਮਾਨ ਜੀ ਸੋਚਣਗੇ ਸਾਡੇ ਬਾਰੇ, ਤੇ ਗੇਵੀ ਬਡਿੰਗ ਜੀ ਨੇ ਉਹ ਵੀ ਸੋਚਣ ਸਾਡੇ ਵਾਸਤੇ, ਐਮਐਲਏ ਜੀ ਨੇ ਔਰ ਤੇ ਅਮਲੋਹ ਹਲਕੇ ਤੋਂ। ਮਗਰ ਇੱਕ ਗੱਲ ਮੈਂ ਕਹਿਣਾ ਚਾਹੁੰਦਾ, ਭਗਵੰਤ ਮਾਨ ਜੀ ਤੱਕ ਜੋ ਵੀਡੀਓ ਪਹੁੰਚਦੀ ਹੈ ਤਾਂ ਭਗਵੰਤ ਮਾਨ ਜੀ, ਸਾਡੇ ਸਿਗਲੀਗਰਾਂ 'ਚੋਂ ਕੋਈ ਸਰਕਾਰੀ ਨੌਕਰੀ ਨਹੀਂ ਹੈਗੀ ਕਿਸੇ ਕੋਲ।
ਸਾਨੂੰ ਪਹਿਲੇ ਵੀ ਸਾਨੂੰ ਐਲਾਨ ਕੀਤਾ ਗਿਆ ਸੀਗਾ ਵੀ ਸਿਗਲੀਗਰਾਂ ਨੂੰ 5-5 ਮਰਲੇ ਜ਼ਮੀਨ ਤੇ ਦਿੱਤੇ ਜਾਣਗੇ, ਉਹ ਹਲੇ ਤੱਕ ਸਾਨੂੰ ਨਹੀਂ ਮਿਲੀ। ਹੋਰ ਸਾਡੇ ਵੰਡੇ ਦੀ ਜ਼ਮੀਨ ਕਿਸੇ ਹੋਰ ਨੂੰ ਦੇ ਦਿੰਦੇ ਨੇ। ਜੇ ਸਾਡੀ ਨੌਕਰੀ ਦੀ ਵਾਰੀ ਆਉਂਦੀ ਆ ਉਹ ਵੀ ਕਿਸੇ ਹੋਰ ਨੂੰ ਦਿੱਤੀ ਜਾਂਦੀ ਆ ਕਿ ਆ ਪੈਸੇ ਦੇ ਕੇ ਦਿੱਤੀ ਜਾਵੇ, ਕਿਵੇਂ ਵੀ ਦਿੱਤੀ ਜਾਵੇ ਜੀ। ਮਤਲਬ ਸਾਡਾ ਹੱਕ ਸਾਨੂੰ ਤਾਂ ਮਿਲਣਾ ਚਾਹੀਦਾ। ਛੇਵੇਂ ਪਾਤਸ਼ਾਹ ਤੋਂ ਸਾਡੀ ਸਿਗਲੀਗਰ ਕੌਮ ਤੁਸੀਂ ਦੇਖੋਗੇ ਤੁਰਦੀ ਆ ਰਹੀ ਆ। ਨਾਲੇ ਸਿੱਖੀ ਦੇਖ ਲਓ, ਸਾਡੇ 5 ਸਾਲ ਦੇ ਬੱਚੇ ਤੋਂ ਲੈ ਕੇ ਜਿੰਨੇ ਮਰਜ਼ੀ ਸਾਲ ਤੱਕ ਦੇਖੋ, ਸਾਡੇ ਬੱਚਿਆਂ ਕੋਲ ਸਿੱਖੀ ਆ। ਐਸੀ ਸਿੱਖੀ ਸਾਡੇ ਕੋਲ ਸੰਭਾਲੀ ਹੋਈ ਆ, ਕਿਸੇ ਹੋਰ ਕੋਲ ਨਹੀਂ ਸੰਭਾਲੀ ਵੀ ਹੈਗੀ ਜੀ। ਅਸੀਂ ਗੁਰਸਿੱਖ ਬੰਦੇ ਆ, ਸ਼ੁਰੂ ਤੋਂ ਗੁਰਸਿੱਖੇ ਰਹਿੰਦੇ ਆਏ ਆ। ਦਾਦੇ ਪੜਦਾਦੇ ਸਾਡੇ ਸਾਰੇ ਗੁਰਸਿੱਖ ਸੀਗੇ। ਸਾਨੂੰ ਇੱਕ ਗੱਲ ਸਮਝਾ ਕੇ ਗਏ ਨੇ ਵੀ ਪੁੱਤਰ ਗੁਰਸਿੱਖ ਬਣ ਕੇ ਹੀ ਰਹਿਣਾ, ਮੋਨਾ ਬਣ ਕੇ ਨਹੀਂ ਰਹਿਣਾ। ਬਾਬਾ ਜੀ ਮੈਂ ਫਿਰ ਤੁਹਾਡੇ ਕੋਲ ਆ ਗਈ ਹਾਂ। ਸਾਰਿਆਂ ਦਾ ਕਹਿਣਾ ਕਿ ਸਭ ਤੋਂ ਵੱਧ ਪੜ੍ਹੇ ਲਿਖੇ ਇੱਥੇ ਤੁਸੀਂ ਹੋ। ਕਾਹਦੇ ਪੜ੍ਹੇ ਲਿਖੇ ਆ ਜੀ? ਹੁਣ ਤਾਂ ਜੇ 2-4 ਜਮਾਤਾਂ ਪੜ੍ਹੀਆਂ ਸੀਗੀਆਂ ਉਹਨਾਂ ਨੂੰ ਵੀ 60 ਸਾਲ ਹੋ ਗਏ ਪੜ੍ਹੀ ਨੂੰ। ਕਿੰਨਾ ਪੜ੍ਹੇ ਲਿਖੇ ਹੋ ਤੁਸੀਂ? ਮੈਂ 5 ਜਮਾਤਾਂ ਪੜ੍ਹਿਆ ਸੀਗਾ ਜੀ। ਪਰ ਅਖਬਾਰ ਵਗੈਰਾ ਸਾਰਾ ਕੁਝ ਪੜ੍ਹ ਲੈਂਦੇ? ਹਾਲੇ ਤੱਕ ਵੀ ਹੈ, ਮੈਨੂੰ ਦਿਲਚਸਪੀ ਹੈ ਪੜ੍ਹਾਈ ਨਾਲ। ਮੈਂ ਪੜ੍ਹਦਾ ਹੀ ਰਹਿੰਦਾ, ਮਾੜੇ ਮੁੱਟੇ ਇੱਧਰ ਉੱਧਰ ਦੀਆਂ ਖਬਰਾਂ ਵੀ। ਤੇ ਤੁਸੀਂ ਆਲੇ ਦੁਆਲੇ ਦੇ ਬਾਕੀ ਜਵਾਕਾਂ ਨੂੰ ਪੜ੍ਹਾਉਂਦੇ ਹੋ ਕੋਲ ਬਿਠਾ ਕੇ ਕਦੇ? ਇਹ ਜੀ ਮੈਂ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਿਆ, ਕੋਸ਼ਿਸ਼ ਬਥੇਰੀ ਕੀਤੀ ਪਰ ਉਹ ਪੜ੍ਹੇ ਹੀ ਨਹੀਂ। ਮੈਂ ਤਾਂ ਚਾਹੁੰਦਾ ਸੀਗਾ ਬਹੁਤ ਪੜ੍ਹਾਵਾਂ ਉਹਨਾਂ ਨੂੰ, ਆਪਣੇ ਤੋਂ ਵੀ ਵੱਧ। ਪਰ ਬਸ ਤੁਸੀਂ ਜਾਣਦੇ ਹੋ ਸਾਡਾ ਮਾਹੌਲ ਇਹ ਜਿਹਾ ਆ, ਆਦੀਵਾਸੀਆਂ ਵਾਂਗੂ ਹੀ ਆ ਅਸੀਂ, ਹੋਰ ਸਮਾਜ ਤੋਂ ਟੁੱਟੇ ਹੋਏ ਆ ਤਕਰੀਬਨ। ਇੰਨੀ ਸੋਝੀ ਨਹੀਂ ਰੱਖਦੇ। ਹੁਣ ਮਾੜਾ ਮੋਟਾ ਕੱਪੜੇ ਪਾਉਣ ਦੀ ਸੋਝੀ ਆ ਗਈ ਸਾਨੂੰ, ਵੈਸੇ ਹੈ ਨਹੀਂ ਅਸੀਂ ਇਸ ਹਿਸਾਬ ਨਾਲ। ਜਿਵੇਂ ਬਾਬਾ ਜੀ ਬੜੀ ਤਕੜੀ ਕਮਿਊਨਿਟੀ ਹੋਈ ਹੈ ਤੁਹਾਡੀ, ਬੜੀ ਤਕੜੀ ਬਰਾਦਰੀ ਤੁਹਾਡੀ ਪਿੱਛੋਂ ਚੱਲਦੀ ਆ ਰਹੀ ਹੈ। ਸਿੱਖੀ ਤੁਸੀਂ ਸਾਂਭੀ ਹੋਈ ਹੈ, ਉਹਨਾਂ ਵੇਲਿਆਂ ਵਿੱਚ ਹਥਿਆਰ ਤੁਸੀਂ ਬਣਾਉਂਦੇ ਆਏ ਹੋ, ਹੈਨਾ। ਪਰ ਫਿਰ ਵੀ ਜੋ ਅੱਜ ਦੇ ਹਾਲਾਤ ਹੈ, ਤੁਹਾਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਬਦਲਣਗੇ ਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਸਾਂਭੋਗੇ? ਦੇਖੋ ਜੀ ਮੇਰੀ ਗੱਲ ਸੁਣੋ, ਬਈ ਨਿਰਾਪੁਰਾ ਸਰਕਾਰ ਨੂੰ ਵੀ ਅਸੀਂ ਕਿਸੇ ਨੂੰ ਦੋਸ਼ ਦਿੰਦੇ, ਕੁਛ ਸਾਡੀ ਵੀ ਤਾਂ ਹੈ ਨਾ, ਸਾਡੀ ਵੀ ਆਪਣੇ ਪ੍ਰਤੀ ਜ਼ਿੰਮੇਵਾਰੀਆਂ। ਹਾਂ ਇੰਨੀ ਗੱਲ ਜ਼ਰੂਰ ਹੈ, ਜਿਹੜਾ ਕਿ ਸਰਕਾਰ ਗਰੀਬਾਂ ਨੂੰ ਵੰਡਦੀ ਹੈ ਉਹ ਸਾਡੇ ਤੱਕ ਨਹੀਂ ਪਹੁੰਚਦਾ। ਨਾ ਹੀ ਅਸੀਂ ਕਦੇ ਇਹੋ ਜਿਹੀ ਆਵਾਜ਼ ਉਠਾਈਏ ਕਿਤੇ ਵੀ ਸਾਨੂੰ ਵੀ ਸਾਡਾ ਹੱਕ ਮਿਲਣਾ ਚਾਹੀਦਾ। ਬਸ ਅਸੀਂ ਇਸ ਗੱਲੋਂ ਅਣਗਹਿਲੇ ਹੀ ਸਮਝੋ। ਤਾਂ ਤੁਸੀਂ ਆਵਾਜ਼ ਕਿਉਂ ਨਹੀਂ ਉਠਾਈ? ਤੁਹਾਡੀ ਸੁਣਵਾਈ ਕਿਉਂ ਨਹੀਂ ਹੋਈ ਅੱਜ ਤੱਕ? ਇੰਨੀ ਸੁਣਵਾਈ ਹੋਈ ਨਹੀਂ ਸਾਡੇ। ਅਨਪੜ੍ਹ ਇਹਨਾਂ ਨੂੰ ਸਾਨੂੰ ਇੰਨਾ ਪਤਾ ਹੈ ਵੀ ਅਸੀਂ ਆਪਣੇ ਜਿਹੜੇ ਹੱਕ ਨੇ ਉਹ ਕਿਵੇਂ ਲੈਣੇ ਨੇ। ਅੱਜ ਕੱਲ੍ਹ ਤੁਸੀਂ ਜਾਣਦੇ ਹੋ ਵੀ ਜਿਵੇਂ ਉਹ ਪੁਰਾਣੀ ਕਹਾਵਤ ਬਣੀ ਹੈ ਵੀ ਬੱਚੇ ਨੂੰ ਵੀ ਰੋਂਦਾ ਨਹੀਂ ਜਦ ਤੱਕ ਮਾਂ ਦੁੱਧ ਨਹੀਂ ਦਿੰਦੀ। ਜੇ ਕੁਛ ਅਸੀਂ ਆਵਾਜ਼ ਉਠਾਵਾਂਗੇ, ਕੋਈ ਇਹਦੇ 'ਚ ਤੁਸੀਂ ਜਾਣਦੇ ਹੋ ਵੀ ਸਭ ਕੁਝ ਕਰਨਾ ਪੈਂਦਾ ਤਾਂ ਮਿਲਦੀ ਹੈ। ਅਸੀਂ ਫਿਰ ਇਹਨਾਂ ਗੱਲਾਂ ਨੂੰ ਧਿਆਨ ਨਹੀਂ ਦਿੰਦੇ ਵੀ ਇਹ ਸਰਕਾਰ ਦਾ ਕੰਮ ਹੈ ਜਿਹੜਾ, ਇਹ ਤਾਂ ਲਾਰੇ ਲਾਈ ਜਾਂਦੀ ਹੈ, ਕਰਦੀ ਹੈ ਨਹੀਂ। ਫਿਰ ਅਸੀਂ ਮਿਹਨਤ ਕਰਕੇ ਤਾਂ ਆਪਣੇ ਬੱਚਿਆਂ ਨੂੰ ਰੋਟੀ ਦੇਣੀ ਹੈ, ਸਾਡੇ ਕੋਲ ਇੰਨਾ ਸਮਾਂ ਨਹੀਂ ਨਾ ਹੈ। ਤੇ ਕਿਤੇ ਨਾ ਕਿਤੇ ਅਣਗਹਿਲੀ ਆਪਦੀ ਹੈ, ਤਾਂ ਤੁਸੀਂ ਕਹਿ ਰਹੇ ਹੋ ਅਣਗਹਿਲੀ ਹੈ ਜੀ। ਹੁਣ ਗਰੀਬੀ ਦੀ ਗੱਲ ਹੈ ਜ਼ਿਆਦਾ ਤਾਂ। ਹੁਣ ਮੇਰੇ ਵਰਗਾ ਬੰਦਾ ਇੱਥੇ ਉੱਧਰ ਸਰਕਾਰਾਂ ਨਾਲ ਟੱਕਰ ਲਵੇ ਜਾਂ ਕਿਤੇ ਐਮਸੀ ਨੂੰ ਜਾਂ ਕਿਸੇ ਨੂੰ ਮਿਲਦਾ ਰਹੇ ਉਹਨਾਂ ਦੇ ਲਾਰਿਆਂ ਤੇ, ਫਿਰ ਆਪਣਾ ਪਰਿਵਾਰ ਤਾਂ ਭੁੱਖਾ ਰਹਿੰਦਾ। ਅੱਜ ਤਾਂ ਸਵੇਰੇ ਜਾਂਦੇ ਹਾਂ, ਸ਼ਾਮ ਤੱਕ ਆਪਣੀ ਰੋਜੀ ਰੋਟੀ ਲਿਆ ਕੇ ਬੱਚਿਆਂ ਨੂੰ ਦਿੰਦੇ ਹਾਂ। ਸਾਡੇ ਕੋਲ ਇੰਨਾ ਸਮਾਂ ਹੈ ਨਹੀਂ ਫਾਲਤੂ। ਬਾਬਾ ਜਿਵੇਂ ਤੁਸੀਂ ਕਿਤਾਬਾਂ ਪੜ੍ਹਦੇ ਹੋ ਨਾ, ਬਾਕੀ ਤੁਸੀਂ ਆਪਣੇ ਇਤਿਹਾਸ ਬਾਰੇ ਪੜ੍ਹਦੇ ਹੋਵੋਗੇ, ਉਹਨਾਂ ਵੇਲਿਆਂ 'ਚ ਹਥਿਆਰ ਬਣਾਏ ਤੇ ਅੱਜ ਦੇ ਵੇਲਿਆਂ 'ਚ ਤੁਹਾਡੇ ਹੀ ਨੌਜਵਾਨ, ਤੁਹਾਡੇ ਹੀ ਜਵਾਕ ਚਾਬੀਆਂ ਤਾਲੇ ਬਣਾਈ ਜਾਂਦੇ ਆ। ਫਿਰ ਹੋਰ ਗੁਜ਼ਾਰਾ ਤਾਂ ਬੇਟੇ ਕਰਨਾ ਹੀ ਆ ਨਾ। ਤੁਸੀਂ ਜਾਣਦੇ ਹੋ ਵੀ ਅੱਜ ਕੱਲ੍ਹ ਹਰ ਇੱਕ ਚੀਜ਼ ਤੇ ਪੈਸਾ ਲੱਗਦਾ ਹੈ। ਪੈਸੇ ਸਾਡੇ ਕੋਲ ਹੈ ਨਹੀਂ। ਕਿੰਨੇ ਕੁ ਪੈਸੇ ਕਮਾ ਲੈਂਦੇ ਆ ਦਿਨ 'ਚ? ਇਹਦੇ 'ਚ ਇਹ ਹੈ ਵੀ ਇਹਦੇ 'ਚ ਸਾਡੀ ਲਾਗਤ ਘੱਟ ਹੈ, ਮਿਹਨਤ ਜ਼ਿਆਦਾ ਆ। ਜੇ ਲਾਗਤ ਜ਼ਿਆਦਾ ਹੋਵੇ ਫਿਰ ਕਿੱਥੇ ਕਮਾ ਸਕਦੇ ਆ? ਅੱਜ ਕੱਲ੍ਹ ਤੁਸੀਂ ਜਾਣਦੇ ਹੋ ਚੀਜ਼ਾਂ ਹਰ ਇੱਕ ਮਹਿੰਗੀਆਂ ਹੁੰਦੀਆਂ ਨੇ। ਇਹਦੇ 'ਚ ਸਾਡੀ ਮਿਹਨਤ ਜ਼ਿਆਦਾ ਆ, ਤਾਂ ਕਰਕੇ ਅਸੀਂ ਉਲਝੇ ਹੋਏ ਆ ਐਸੇ ਕੰਮ 'ਚ। ਹਲੇ ਹੋਰ ਕੰਮ ਕਰੀਏ ਤਾਂ ਪੈਸਾ ਚਾਹੀਦਾ। ਇੱਥੇ ਤਾਂ ਡੰਗੋ ਡੰਗ ਰੋਟੀ ਮਸਾ ਦਿੰਦੇ ਆ ਬੱਚਿਆਂ ਨੂੰ। ਤੇ ਇੰਨੇ 'ਚ ਖਰਚਾ ਪਾਣੀ ਚੱਲ ਜਾਂਦਾ ਜਿੰਨਾ ਕੁ ਚਾਬੀਆਂ? ਕਈ ਵਾਰ 10 ਰੁਪਏ ਸਿਰ ਵੀ ਹੋ ਜਾਂਦੇ ਭੈਣ ਜੀ। ਨਹੀਂ ਵੀ ਚੱਲਦਾ, ਕੋਈ ਖਾਣ ਦੀ ਚੀਜ਼ ਤਾਂ ਹੈ ਨਹੀਂ ਵੀ ਰੋਜ਼ ਦੇ ਰੋਜ਼ ਵਿਕੀ ਜਾਊਗੀ ਇਹ। ਕਈ ਵਾਰ ਨਹੀਂ ਵੀ, ਸਾਨੂੰ ਦੇਸ਼ ਪ੍ਰਦੇਸ਼ ਵੀ ਜਾਣਾ ਪੈਂਦਾ ਫੇਰਾ ਲਾਉਣ ਵਾਸਤੇ। ਜੇ ਹੁਣ ਗੋਬਿੰਦਗੜ੍ਹ 'ਚ ਅਸੀਂ ਇੰਨੇ ਘਰ ਰਹਿੰਦੇ ਹਾਂ, ਰੋਜ਼ ਦੇ ਰੋਜ਼ ਫੇਰਾ ਲਾਵਾਂਗੇ ਤਾਂ ਕਿੱਥੇ ਕੰਮ ਚੱਲਦਾ ਹੈ? ਰੋਜ਼ ਤਾਂ ਜਿੰਦੇ ਨਹੀਂ ਖਰਾਬ ਹੁੰਦੇ, ਫਿਰ ਆਸੇ ਪਾਸੇ ਵੀ ਜਾਣਾ ਪੈਂਦਾ। ਬਸ ਇਹ ਇਸ ਗੱਲ ਕਰਕੇ ਹੀ ਉਲਝੇ ਹੋਏ ਭੈਣ ਜੀ। ਸਾਡੇ ਕੋਲ ਪੈਸਿਆਂ ਦੀ ਮਦਦ ਨਹੀਂ ਹੈ, ਨਾ ਸਾਡੀ ਕੋਈ ਕਰਦਾ। ਕਾਰੋਬਾਰ ਵੀ ਪੈਸੇ ਨਾਲ ਹੀ ਚੱਲਦੇ ਆ, ਉਹ ਕਿੱਥੋਂ ਲਿਆਈਏ ਅਸੀਂ? ਸਾਨੂੰ ਕੋਈ ਨਹੀਂ, ਕੋਈ ਗ੍ਰਾਂਟ ਨਹੀਂ ਮਿਲੀ, ਕੋਈ ਕੁਛ ਨਹੀਂ। ਸਾਡੀ ਸਰਕਾਰ ਨੇ ਵੀ ਨਹੀਂ ਸੁਣੀ। ਜਿਹੜਾ ਸਾਡਾ ਹੱਕ ਵੀ ਮਿਲਦਾ ਨਾ ਸਾਡੀ ਬਰਾਦਰੀ ਨੂੰ, ਉਹ ਵੀ ਲੋਕ ਹੀ ਖਾਈ ਜਾਂਦੇ ਆ, ਸਾਡੇ ਤੱਕ ਪਹੁੰਚਦਾ ਨਹੀਂ ਹੈ। ਧੰਨਵਾਦ ਬਾਬਾ ਜੀ, ਧੰਨਵਾਦ। ਤਾਂ ਇਹ ਸੀ ਸਿਗਲੀਗਰ ਬਰਾਦਰੀ ਦੇ ਕੁਝ ਲੋਕ ਜਿਨ੍ਹਾਂ ਨੇ ਆਪਣੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਕਿਸੇ ਵੇਲਿਆਂ 'ਚ ਇਹਨਾਂ ਨੇ ਸਿੱਖੀਜ਼ਮ ਨੂੰ ਬਹੁਤ ਵੱਡੀ ਦੇਣ ਦਿੱਤੀ ਸੀ। ਹਥਿਆਰ ਬਣਾਉਂਦੇ ਆਏ ਆ, ਹਥਿਆਰ ਤੇਜ਼ ਕਰਦੇ ਆਏ ਆ ਉਹਨਾਂ ਵੇਲਿਆਂ ਵਿੱਚ, ਤੇ ਅੱਜ ਚਾਬੀਆਂ ਤਾਲੇ ਬਣਾਉਣ 'ਤੇ ਮਜਬੂਰ ਨੇ। ਅਸੀਂ ਆਸ਼ਾ ਕਰਦੇ ਹਾਂ ਕਿ ਆਉਣ ਵਾਲੇ ਟਾਈਮ 'ਚ ਇਹਨਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਊਗੀ।
ਇਦਾਂ ਦੀ ਨਵੀਂ ਕੋਈ ਕਵਰੇਜ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਕੈਮਰਾਮੈਨ ਵਿੱਕੀ ਦੇ ਨਾਲ ਸੀਰਤ ਸੰਧੂ, ਸਤਿ ਸ਼੍ਰੀ ਅਕਾਲ।